गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुਰਾਂ ने गुरबाणी गुरु विच जो आपां नूं उपदेश दिता है, जिन्ना भी उपदेश है सारा अपने मन नूं साडी सुरती नूं दिता जांदा है। महाराज सच्चे पातशाह अपने मन नूं हर एक पक्षों समझाउंदे, प्यार दे नाल भी ते जदों प्यार नाल नहीं समझदा फिर थोड़ी सख्ती भी वरतदे ने। जिवें आपां संसार दे विच देखदे हां भी बच्चे नूं मां प्यो पहलां प्यार नाल समझाउंदे, जे तां ओह प्यार नाल समझदा फिर तां ठीक है, नहीं फिर ਉਹਦੇ ਤੇ ਉਹ सख्ती ਕਰਦੇ। ਇਸੇ तरह ही ਹੁਣ अपने मन ਨੂੰ हर एक पक्षों समझाए, सानू प्यार नाल भी समझाउंदे कि हुण ये सानू जो मानस जामा मिलिया, हुण ये सानू वारी मौका मिलिया है परमात्मा दे नाल मिलाप करन वास्ते। ते मन नूं कहंदे भी हुण तूं परमात्मा नूं मिल सकदा। मारे फरमाउंदे सुण मन मित्र प्यारिया मिल वेला है।
जब लग जौवन सास है तब लग ये तन दे। ਮਨ ਨੂੰ ਸਮਝਾਉਂਦੇ ਵੀ ਹੁਣ ਤੈਨੂੰ ਵੇਲਾ, ਹੁਣ ਤੈਨੂੰ ਮੌਕਾ, ਹੁਣ ਤੂੰ ਮਿਲ ਸਕਦਾ। ਔਰ ਜੇ ਜੇ ਪਿਆਰ ਨਾਲ ਸਮਝਦਾ ਹੈ ਫਿਰ ਤਾਂ ਠੀਕ ਹੈ, ਜੇ ਨਹੀਂ ਸਮਝਦਾ ਪਿਆਰ ਨਾਲ, ਨਹੀਂ ਸੁਣਦਾ, ਫਿਰ ਇਹਨੂੰ ਥੋੜ੍ਹਾ ਸਖਤੀ ਨਾਲ ਸਮਝਾਉਂਦੇ। ਫਿਰ ਮਨ ਨੂੰ ਕਹਿੰਦੇ ਸੁਣ ਮਨ ਆਂਦੇ ਕੁੱਤੇ ਘੜਿਆਰ। ਫਿਰ ਇਸ ਨੂੰ ਇਸ ਤਰ੍ਹਾਂ ਵੀ ਸੰਬੋਧਨ ਕਰਕੇ ਕਹਿੰਦੇ ਵੀ ਤੂੰ ਸੁਣਦਾ ਕਿਉਂ ਨਹੀਂ, ਤੂੰ ਬੰਦਾ ਕਿਉਂ ਨਹੀਂ ਹੈ। ਔਰ ਆਪਾਂ ਨੂੰ ਫਿਰ ਸਮਝਾਉਂਦੇ ਕਿ ਇਹ ਜੋ ਮਾਰਗ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸਿਆ, ਆਪਾਂ ਨੂੰ ਕਹਿੰਦੇ ਵੀ ਇਹਦੇ ਉੱਪਰ ਚੱਲੋ ਤੇ ਚੱਲ ਕੇ ਆਪਦੇ ਜੀਵਨ ਦਾ ਲਾਹਾ ਖੱਟੋ, ਮਾਲਕ ਨਾਲ ਮਿਲਾਪ ਕਰੋ। ਮਾਰੇ ਫਰਮਾਉਂਦੇ ਗੁਰ ਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਇਸ ਨੂੰ ਭਲਾ ਭਲਾ ਕਰਕੇ ਮੰਨੋ, ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ ਤੇ ਅਸੀਂ ਆਪਦਾ ਜਿਹੜਾ ਜੀਵਨ ਹੈ ਉਹ ਫਿਰ ਅਸੀਂ ਸਫਲ ਕਰ ਸਕਦੇ। ਆਓ ਹੁਣ ਜੋ ਆਪਾਂ ਪਿਛਲੇ ਕੁਝ ਸਮੇਂ ਤੋਂ ਜੋ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਦੇ ਰਹੇ, ਉਸ ਉੱਪਰ ਆਪਾਂ ਵਿਚਾਰ ਕਰ ਰਹੇ ਹਾਂ। ਕੱਲ੍ਹ ਆਪਾਂ 7ਵੀਂ ਅਸ਼ਟਪਦੀ ਦੇ ਵਿਚਾਰ ਕਰ ਰਹੇ ਸੀ, 2 ਪਦੀਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਅੱਗੇ 3ਜੇ ਪਦੇ ਵਿੱਚ ਜੋ ਮਹਾਰਾਜ ਆਪਾਂ ਨੂੰ ਫਰਮਾਨ ਕਰਦੇ ਨੇ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾ ਪਰਨੀਤ। ਮਾਰੇ ਸੱਚੇ ਪਾਤਸ਼ਾਹ ਸਾਨੂੰ ਸਾਧੂ ਦੇ ਸੰਗ ਦੀ ਮਹਿਮਾ, ਸਾਨੂੰ ਵਡਿਆਈ ਦੱਸ ਰਹੇ ਨੇ ਕਿ ਜਦੋਂ ਅਸੀਂ ਸੰਗ ਕਰਦੇ ਹਾਂ, ਸਾਧੂ ਜਨਾਂ ਦਾ ਸਤ ਸੰਗਤ ਕਰਦੇ ਹਾਂ, ਫਿਰ ਸਾਡਾ ਕੋਈ ਵੀ ਦੁਸ਼ਮਣ ਨਹੀਂ ਰਹਿੰਦਾ ਤੇ ਦੁਸ਼ਮਣ ਵੀ ਸਾਡਾ ਜਿਹੜੇ ਉਹ ਮੀਤ ਬਣ ਜਾਂਦੇ, ਉਹ ਸੱਜਣ ਬਣ ਜਾਂਦੇ ਨੇ। ਜਿਹੜੇ ਸਾਡੇ ਵੈਰੀ ਉਹ ਵੀ ਸਾਡੇ ਮੀਤ ਹੋ ਜਾਂਦੇ, ਉਹ ਵੀ ਸਾਡੇ ਮਿੱਤਰ ਹੋ ਜਾਂਦੇ। ਤੇ ਸਾਧੂ ਦਾ ਸੰਗ ਕਰਕੇ ਸਾਡਾ ਜਿਹੜਾ ਮਨ ਉਹ ਮਹਾਪਨੀਤ ਹੋ ਜਾਂਦਾ, ਉਹ ਪਵਿੱਤਰ ਹੋ ਜਾਂਦਾ। ਇੱਕ ਤਾਂ ਹੁੰਦਾ ਪਵਿੱਤਰ ਹੋ ਜਾਣਾ, ਪਵਿੱਤਰ ਤੋਂ ਵੀ 3 ਗੁਣਾ ਜ਼ਿਆਦਾ ਜਦੋਂ ਉਹਨੂੰ ਪਨੀਤ ਕਹਿੰਦੇ। ਮਾਰੇ ਕਹਿੰਦੇ ਪਵਿੱਤਰ 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 ਪਨੀਤ। ਬਈ ਜੇ ਅਸੀਂ 3 ਵਾਰ ਪਵਿੱਤਰ ਰੱਖੀਏ ਤੇ ਫਿਰ 1 ਵਾਰ ਪਨੀਤ ਬਣਦਾ। ਇਹ ਸਾਧੂ ਦੇ ਸੰਗ ਦੀ ਇੰਨੀ ਮਹਿਮਾ ਕਿ ਉਹਨਾਂ ਦਾ ਸੰਗ ਕਰਕੇ ਸਾਡਾ ਮਨ ਮਹਾਪਨੀਤ ਹੋ ਜਾਂਦਾ, ਪਵਿੱਤਰ ਤੋਂ ਵੀ ਪਵਿੱਤਰ, ਇੰਨਾ ਨਿਰਮਲ ਹੋ ਜਾਂਦਾ। ਤੇ ਜਦੋਂ ਸਾਡਾ ਮਨ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਤੇ ਫਿਰ ਨਿਰਮਲ ਮਨ ਨੂੰ ਦੁਸ਼ਮਣ ਵੀ ਮੀਤ ਨਜ਼ਰ ਆਉਂਦੇ। ਫਿਰ ਉਹਦਾ ਕੋਈ ਦੁਸ਼ਮਣ ਰਹਿੰਦਾ ਹੀ ਨਹੀਂ, ਉਹਨੂੰ ਸਭ ਮਿੱਤਰ ਹੀ, ਸਭ ਉਹਨੂੰ ਮਾਲਕ ਦਾ ਰੂਪ ਹੀ ਨਜ਼ਰ ਆਉਂਦੇ ਨੇ। ਇਸ ਵਾਸਤੇ ਫਿਰ ਮਾਰੇ ਕਹਿੰਦੇ ਵੀ ਇਹ ਸਾਧੂ ਦੇ ਸੰਗ ਦੀ ਵਡਿਆਈ, ਬਈ ਇਹ ਸਾਨੂੰ ਫਿਰ ਉੱਥੋਂ ਗੁਣ ਨੇ ਜਿਹੜੇ ਗੁਣ ਮਿਲਦੇ ਤੇ ਇਹ ਸਾਨੂੰ ਲਾਹਾ ਹੁੰਦਾ ਹੈ। ਫਿਰ ਮਹਾਰਾਜ ਦੱਸਦੇ ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਸਾਧੂ ਦਾ ਜਦੋਂ ਅਸੀਂ ਸੰਗ ਕਰਦੇ ਹਾਂ, ਸਾਡਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਰਹਿੰਦਾ, ਕਿਸੇ ਵਰਤਾਏ ਵੀ ਸਾਡੇ ਮਨ 'ਚ ਕੋਈ ਵੈਰ ਵਿਰੋਧ ਨਹੀਂ ਰਹਿੰਦਾ।
ਨਹੀਂ ਤਾਂ ਪਹਿਲਾਂ ਸੰਸਾਰ ਦੇ ਵਿੱਚ ਜੀਵਨ ਦੇ ਅੰਦਰ ਇੱਕ ਦੂਸਰੇ ਪ੍ਰਤੀ ਵੈਰ, ਵਿਰੋਧ, ਈਰਖਾ, ਨਫ਼ਰਤ ਭਰੀ ਹੁੰਦੀ ਹੈ। ਜਦੋਂ ਆਪਾਂ ਫਿਰ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਾਡਾ ਕਿਸੇ ਨਾਲ ਕੋਈ ਵੈਰ ਰਹਿੰਦਾ ਨਹੀਂ, ਕੋਈ ਵੀ ਸਾਡੇ ਲਈ ਪਰਾਇਆ ਨਹੀਂ ਰਹਿੰਦਾ। ਜਿਹੜੀ ਇਹ ਪਰਾਈ ਦਾਤ ਸਾਡੇ ਅੰਦਰੋਂ ਖਤਮ ਹੋ ਜਾਂਦੀ ਹੈ। ਤੇ ਜਿਹੜਾ ਸਾਡਾ ਮਨ ਫਿਰ ਉਹ ਮਾਇਆ ਦੇ ਵਿੱਚ ਖੁੱਭਦਾ ਨਹੀਂ, ਮਾਇਆ ਦੇ ਵਿੱਚ ਫਸਦਾ ਨਹੀਂ ਹੈ। ਜਿਹੜੀ ਪਹਿਲਾਂ ਇਹ ਤ੍ਰੈ ਗੁਣੀ ਮਾਇਆ ਵਿਚਾਰਾਂ ਦੇ ਵਿੱਚ ਸਾਡਾ ਮਨ ਫਸਿਆ ਹੁੰਦਾ, ਧਸਿਆ ਹੁੰਦਾ, ਅਸੀਂ ਵੈਰ ਵਿਰੋਧ ਕਰਦੇ ਕਰਕੇ ਇੱਕ ਦੂਸਰੇ ਦੇ ਨਾਲ ਇਹ ਅਸੀਂ ਫਿਰ ਦੁਖੀ ਹੁੰਦੇ ਹਾਂ, ਸ਼ਾਂਤ ਹੁੰਦੇ ਹਾਂ। ਤੇ ਜਦੋਂ ਆਪਾਂ ਫਿਰ ਸਤ ਸੰਗਤ ਕਰਦੇ ਹਾਂ, ਫਿਰ ਇਹ ਸਾਡੇ ਅੰਦਰੋਂ ਜਿਹੜਾ ਵੈਰ ਹੈ, ਵੈਰ ਖਤਮ ਹੋ ਜਾਂਦਾ ਹੈ। ਇਸ ਲਈ ਮਹਾਰਾਜ ਫਿਰ ਸਾਨੂੰ ਦੱਸਦੇ ਵੀ ਜਦੋਂ ਅਸੀਂ ਸਤ ਸੰਗਤ ਕੀਤੀ, ਸਾਧੂ ਦਾ ਸੰਗ ਹੋਇਆ, ਤੇ ਉਹਦਾ ਸਾਨੂੰ ਫਿਰ ਕੀ ਲਾਹਾ ਹੋਇਆ। ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ। ਜਦੋਂ ਆਪਾਂ ਸੰਗ ਕਰਦੇ ਹਾਂ, ਫਿਰ ਸਾਡਾ ਕਿਸੇ ਨਾਲ ਕੋਈ ਵੈਰ ਰਹਿੰਦਾ ਨਹੀਂ, ਕੋਈ ਵੀ ਆਪਣਾ ਵੈਰੀ ਨਹੀਂ ਰਹਿੰਦਾ, ਕਿਉਂਕਿ ਆਪਣਾ ਸੱਜਣ ਇੱਕ ਬਣ ਜਾਂਦਾ, ਇੱਕ ਮਾਲਕ ਪਰਮਾਤਮਾ। ਜਦੋਂ ਸਾਡਾ ਉਹ ਸੱਜਣ ਹੈ, ਫਿਰ ਸਾਡੇ ਸਾਰੇ ਸੱਜਣ ਹੀ ਨੇ, ਸਾਡਾ ਕੋਈ ਵੈਰੀ ਰਹਿੰਦਾ ਹੀ। ਮਹਾਰਾਜ ਕਹਿੰਦੇ ਇੱਕ ਸੱਜਣ ਸਭ ਸੱਜਣ, ਇੱਕ ਵੈਰੀ ਸਭ ਵਾਦ। ਜਿਹਨੇ ਇੱਕ ਨੂੰ ਆਪਦਾ ਸੱਜਣ ਨਹੀਂ ਬਣਾਇਆ, ਮਿੱਤਰ ਨਹੀਂ ਬਣਾਇਆ, ਉਹ ਫਿਰ ਵੈਰ 'ਚ ਹੁੰਦਾ, ਉਹ ਵੈਰ ਵਿਰੋਧ 'ਚ ਪਿਆ ਹੁੰਦਾ, ਉਹ ਫਿਰ ਲੜਾਈਆਂ ਝਗੜੇ ਕਰਦਾ ਤੇ ਜੀਵਨ ਦੀ ਬਾਜੀ ਨੂੰ ਹਾਰਦਾ ਹੈ। ਫਿਰ ਇਹ ਆਪਾਂ ਨੂੰ ਸੰਗਤ ਦਾ ਲਾਹਾ ਹੁੰਦਾ ਵੀ ਸਾਡੇ ਅੰਦਰੋਂ ਵੈਰ ਖਤਮ ਹੋ ਜਾਂਦਾ। ਫਿਰ ਮਹਾਰਾਜ ਦੱਸਦੇ ਸਾਧਕ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦ। ਸਾਧ ਸੰਗਤ ਕਰਕੇ ਸਾਡੇ ਲਈ ਕੋਈ ਵੀ ਜੀਵ ਮੰਦਾ ਨਹੀਂ ਰਹਿੰਦਾ। ਪਹਿਲਾਂ ਅਸੀਂ ਕਹਿੰਦੇ ਹਾਂ ਨਾ ਵੀ ਉਹ ਫਲਾਣਾ ਮਾੜਾ ਹੈ, ਉਹ ਬੜਾ ਮੰਦਾ ਹੈ ਜੀ, ਉਹ ਬੜਾ ਭੈੜਾ ਹੈ ਜੀ, ਤਾਂਹੀਓ ਅਸੀਂ ਨਿੰਦਿਆ ਕਰਦੇ ਹਾਂ। ਜਿਹਦੀ ਅਸੀਂ ਨਿੰਦਿਆ ਕਰਦੇ ਉਹਨੂੰ ਅਸੀਂ ਮੰਦਾ ਹੀ ਕਹਿੰਦੇ ਹਾਂ, ਤਾਂਹੀਓ ਅਸੀਂ ਉਹਦੇ ਔਗਣ ਫਰੋਲਦੇ ਹਾਂ, ਉਹਦੀ ਨਿੰਦਿਆ ਕਰਕੇ ਗਾਂਹ ਅੱਗੇ ਦੱਸਦੇ ਹਾਂ। ਤੇ ਜਦੋਂ ਅਸੀਂ ਸੰਗ ਕਰਦੇ ਹਾਂ ਸਾਧੂ ਜਨਾਂ ਦਾ, ਫਿਰ ਸਾਨੂੰ ਭੇਦ ਲੱਗਦਾ ਵੀ ਇਹ ਤਾਂ ਸਾਰਾ ਮਾਲਕ ਦਾ ਆਪਣਾ ਖੇਲ ਹੈ। ਬਈ ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਗੁਣ ਤੇ ਦੂਸਰਾ ਸਰਗੁਣ। ਸਭ ਦੇ ਅੰਦਰ ਹੀ ਮਾਲਕ ਬੈਠਾ ਹੈ। ਬਈ ਜੇ ਅਸੀਂ ਮੰਦਾ ਆਖਾਂਗੇ, ਤੇ ਮੰਦਾ ਆਖਾਂਗੇ ਕਿਹਨੂੰ? ਵੀ ਜਿਹੜਾ ਅੰਦਰ ਮਾਲਕ ਬੈਠਾ ਹੈ ਉਹਨੂੰ, ਤੇ ਉਹਨੂੰ ਹੀ ਅਸੀਂ ਮਿਲਣਾ ਚਾਹੁੰਦੇ ਹਾਂ, ਉਹਦੀ ਵੀ ਅਸੀਂ ਭਗਤੀ ਕਰਦੇ ਹਾਂ, ਉਹਦਾ ਹੀ ਆਪਾਂ ਸਿਮਰਨ ਕਰਦੇ ਹਾਂ। ਤੇ ਜੇ ਅਸੀਂ ਉਹਨੂੰ ਹੀ ਮੰਦਾ ਆਖਾਂਗੇ ਤੇ ਫਿਰ ਆਪਾਂ ਮਿਲਣਾ ਕਿਹਨੂੰ? ਫਿਰ ਤਾਂ ਆਪਾਂ ਉਹਨੂੰ ਮਿਲ ਹੀ ਨਹੀਂ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਭੇਦ ਆ ਜਾਂਦਾ ਵੀ ਸਭ ਦੇ ਅੰਦਰ ਮਾਲਕ ਹੈ। ਫਿਰ ਕਿਸੇ ਨੂੰ ਵੀ ਆਪਾਂ ਮੰਦਾ ਨਹੀਂ ਕਹਿੰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਦੀ ਔਗਣ ਨਹੀਂ ਫਰੋਲਦੇ। ਫਿਰ ਮਹਾਰਾਜ ਕਹਿੰਦੇ ਵੀ ਜੋ ਮਾਲਕ ਸੁੱਖ ਦੇਣ ਵਾਲਾ ਪਰਮਾਨੰਦਾ, ਫਿਰ ਅਸੀਂ ਸਾਧੂ ਦਾ ਸੰਗ ਕਰਕੇ, ਸਾਧ ਸੰਗਤ ਕਰਕੇ ਉਸ ਪਰਮ ਸੁੱਖ ਦੇਣ ਵਾਲੇ ਮਾਲਕ ਨੂੰ ਜਾਣ ਲੈਂਦੇ ਹਾਂ, ਪਰਮਾਤਮਾ ਨੂੰ ਜਾਣ ਲੈਂਦੇ ਹਾਂ। ਤੇ ਜਦੋਂ ਉਹਨੂੰ ਅਸੀਂ ਜਾਣ ਲਿਆ, ਸਾਨੂੰ ਪਤਾ ਲੱਗ ਗਿਆ ਵੀ ਬਾਹਰ ਵੀ ਉਹੀਓ ਹੈ ਤੇ ਸਭ ਦੇ ਅੰਦਰ ਵੀ ਉਹਦੀ ਜੋਤ ਹੈ ਮਾਲਕ ਦੀ। ਤੇ ਇਹੋ ਆਪਾਂ ਨੂੰ ਸਮਝਾ ਰਹੇ ਸੀ, ਸਭ ਘਟ ਮੇਰੇ ਹੋ ਸਭਨਾ ਅੰਦਰ, ਵੀ ਜਿੰਨੇ ਵੀ ਘਟ ਸਰੀਰ ਨੇ ਸਾਰੇ ਮੇਰੇ ਨੇ, ਮੈਂ ਸਭ ਦੇ ਅੰਦਰ। ਹੁਣ ਜਦੋਂ ਫਿਰ ਆਪਾਂ ਇਹ ਸਾਧ ਸੰਗਤ ਕਰਦੇ ਹਾਂ, ਅਸੀਂ ਅੰਤਰਮੁਖੀ ਹੁੰਦੇ ਹਾਂ। ਜਦੋਂ ਅਸੀਂ ਆਪਦੇ ਅੰਦਰ ਮਾਲਕ ਨੂੰ ਦੇਖ ਲਿਆ, ਫਿਰ ਆਪਾਂ ਨੂੰ ਸਾਰਿਆਂ ਦੇ ਅੰਦਰ ਉਹੀਓ ਦਿਸੇਗਾ। ਕਿਉਂਕਿ ਜਿਹੜੀ ਚੀਜ਼ ਸਾਡੇ ਅੰਦਰ ਹੁੰਦੀ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦੀ। ਜਿਵੇਂ ਹੁਣ ਆਪਾਂ ਨੂੰ ਜਦੋਂ ਕੋਈ ਬੁਰਾ ਲੱਗਦਾ, ਕੋਈ ਮੰਦਾ ਲੱਗਦਾ,
ਉਹ ਦਰਅਸਲ ਮੰਦਾ ਉਹ ਨਹੀਂ ਮੰਨਦੇ, ਅਸੀਂ ਆਪ ਹਾਂ, ਤਾਂ ਕਰਕੇ ਸਾਨੂੰ ਉਹ ਮੰਦਾ ਲੱਗਦਾ। ਤੇ ਜਦੋਂ ਅਸੀਂ ਆਪਦੇ ਅੰਦਰ ਮਾਲਕ ਨੂੰ ਦੇਖ ਲਿਆ, ਪਰਮਾਤਮਾ ਨੂੰ, ਤੇ ਸਾਨੂੰ ਸਭ ਦੇ ਵਿੱਚ ਉਹ ਮਾਲਕ ਹੀ ਨਜ਼ਰ ਆਉਂਦਾ, ਫਿਰ ਪਰਮਾਤਮਾ ਹੀ ਦਿਸਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੋ ਸਾਡੇ ਅੰਦਰ ਹੈ, ਜਿੱਦਾਂ ਦੇ ਅਸੀਂ ਆਪ ਹਾਂ, ਸਾਨੂੰ ਉੱਦਾਂ ਦਾ ਅੱਗੇ ਦਿਖਾਈ ਦਿੰਦਾ। ਜਿਵੇਂ ਸ਼ੀਸ਼ਾ ਹੁੰਦਾ ਹੈ, ਆਪਾਂ ਉਹਦੇ ਅੱਗੇ ਹੁੰਦੇ ਹਾਂ, ਜਿੱਦਾਂ ਦੀ ਆਪਣੀ ਸ਼ਕਲ ਹੈ ਉੱਦਾਂ ਦੀ ਦਿਖਾ ਦਿੰਦਾ। ਜੇ ਆਪਾਂ ਹੱਸ ਕੇ ਦੇਖਾਂਗੇ ਉਹ ਹੱਸਦਿਆਂ ਦੀ ਦਿਖਾ ਦੇ, ਜੇ ਰੋ ਕੇ ਦੇਖਾਂਗੇ ਉਹ ਰੋਂਦਿਆਂ ਦੀ ਦਿਖਾ ਦੇਗਾ, ਜੇ ਗੁੱਸੇ ਨਾਲ ਦੇਖਾਂਗੇ ਉਹ ਗੁੱਸੇ ਨਾਲ ਦਿਖਾ ਦੇਗਾ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ, ਇਹਨੂੰ ਆਰਸ਼ੀ ਕਹਿੰਦੇ, ਸ਼ੀਸ਼ਾ, ਵੀ ਜੋ ਸਾਡੇ ਅੰਦਰ ਉਹ ਸਾਨੂੰ ਸਾਹਮਣੇ ਦਿਖਾਈ ਦਿੰਦਾ ਦੂਸਰਿਆਂ ਦੇ ਵਿੱਚ। ਮਹਾਰਾਜ ਕਹਿੰਦੇ ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ, ਕਿ ਜੋ ਸਾਡੇ ਅੰਦਰ ਉਹ ਸਾਨੂੰ ਫਿਰ ਅੱਗੇ ਦਿਖਾਈ ਦਿੰਦਾ। ਇਸ ਵਾਸਤੇ ਫਿਰ ਸਾਧੂ ਦਾ ਸੰਗ ਕਰਕੇ, ਸਤ ਸੰਗਤ ਕਰਕੇ ਸਾਡਾ ਮਨ ਪਵਿੱਤਰ ਹੋ ਜਾਂਦਾ। ਇਸ ਕਰਕੇ ਸਾਨੂੰ ਫਿਰ ਕੋਈ ਮੰਦਾ ਦਿਸਦਾ ਹੀ ਨਹੀਂ। ਮੰਦੇ ਹੀ ਸਾਨੂੰ ਕਾਹਤੋਂ ਦਿਖਦੇ? ਕਿਉਂਕਿ ਅਸੀਂ ਜਦੋਂ ਆਪ ਮੰਦੇ ਹੁੰਦੇ ਹਾਂ ਤਾਂ ਕਰਕੇ ਸਾਨੂੰ ਮੰਦੇ ਦਿਖਾਈ ਦਿੰਦੇ। ਜਦੋਂ ਸਾਡਾ ਮਨ ਸ਼ੁੱਧ ਹੋ ਗਿਆ ਫਿਰ ਆਪਾਂ ਨੂੰ ਸਾਰੇ ਮਾਲਕ ਹੀ ਦਿਸੇਗਾ, ਹੋਰ ਕੋਈ ਦੂਜਾ ਦਿਸਣਾ ਹੀ। ਫਿਰ ਮਹਾਰਾਜ ਦੱਸਦੇ ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ। ਸਾਧ ਸੰਗਤ ਕਰਕੇ ਸਾਡੇ ਅੰਦਰ ਜਿਹੜੀ ਹਉਮੈ ਹੁੰਦੀ ਉਹ ਹਉਮੈ ਦਾ ਨਾਸ ਹੋ ਜਾਂਦਾ। ਸਾਡੇ ਅੰਦਰ ਜਿਹੜੀ ਹਉਮੈ, ਇਹ ਹਉਮੈ ਰਹਿੰਦੀ ਨਹੀਂ ਹੈ। ਹਉਮੈ ਕਰਕੇ ਹੀ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦੇ ਹਾਂ, ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦੇ ਹਾਂ। ਜਿਸ ਨੂੰ ਮਹਾਰਾਜ ਕਹਿੰਦੇ ਹਉਮੈ ਹੀ ਬੰਧਨਾ, ਫਿਰ ਜੂਨੀ ਪਾਏ। ਇਹ ਹਉਮੈ ਕਰਕੇ ਹੀ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਜੰਮਦੇ ਮਰਦੇ ਹਾਂ। ਜਦੋਂ ਅਸੀਂ ਸਤ ਸੰਗਤ ਕਰਦੇ ਹਾਂ ਫਿਰ ਸਾਡੇ ਅੰਦਰੋਂ ਜਿਹੜੀ ਹਉਮੈ, ਇਹ ਹਉਮੈ ਖਤਮ ਹੋ ਜਾਂਦੀ। ਤੇ ਜੋ ਸਾਡਾ ਆਪਾ ਭਾਵ ਹੁੰਦਾ ਫਿਰ ਅਸੀਂ ਤਜ ਦਿੰਦੇ ਹਾਂ, ਅਸੀਂ ਆਪਣਾ ਆਪਾ ਜਿਹੜਾ ਉਹ ਛੱਡ ਦਿੰਦੇ ਹਾਂ। ਤੇ ਜਦੋਂ ਅਸੀਂ ਆਪਾ ਤਿਆਗ ਦਿੱਤਾ ਫਿਰ ਮਾਲਕ ਹੀ ਰਹਿ ਜਾਂਦਾ ਹੈ, ਪਰਮਾਤਮਾ। ਕਿਉਂਕਿ ਸਾਡੇ ਤੇ ਪਰਮਾਤਮਾ ਦੇ ਵਿੱਚ ਜਿਹੜੀ ਦੀਵਾਰ ਹੈ ਉਹ ਹਉਮੈ ਦੀ ਖੜੀ ਹੈ। ਵਿੱਚ ਜਿਹੜਾ ਪੜਦਾ ਪਿਆ ਹੈ ਉਹ ਹਉਮੈ ਦਾ ਪੜਦਾ ਪਿਆ ਹੋਇਆ। ਕਿੰਨਾ ਬਰੀਕ ਪੜਦਾ ਹੈ, ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ। ਜਿਵੇਂ ਉਹ ਤਿਤਲੀ ਹੁੰਦੀ, ਤਿਤਲੀ ਦੇ ਫਰ, ਉਦੋਂ ਵੀ ਬਰੀਕ ਪੜਦਾ ਹਉਮੈ ਦਾ ਸਾਡੇ ਤੇ ਪਰਮਾਤਮਾ ਦੇ ਵਿੱਚ ਪਿਆ ਹੋਇਆ। ਜਿਸ ਨੂੰ ਮਹਾਰਾਜ ਕਹਿੰਦੇ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਗਟਾਇਓ, ਭਾਂ ਬੀਰੀ ਕੇ ਪਾਤ ਪਾਰ ਦੋ ਬੈਨ ਪੇਖੇ ਦੂਰ ਆਇਓ। ਕਿ ਉਹ ਭੰਬੀਰੀ ਦੇ ਫਰਾਂ ਜਿੰਨਾ ਬਰੀਕ ਪੜਦਾ ਹਉਮੈ ਦਾ ਉਹ ਸਾਡੇ ਤੇ ਮਾਲਕ ਵਿੱਚ ਪਿਆ ਹੈ। ਤੇ ਅਸੀਂ ਸਮਝਦੇ ਹਾਂ ਵੀ ਰੱਬ ਪਤਾ ਨਹੀਂ ਕਿੱਡੀ ਕੁ ਦੂਰ ਹੈ, ਪਰਮਾਤਮਾ ਪਤਾ ਨਹੀਂ ਕਿੱਥੇ ਕੁ ਵੱਸਦਾ। ਤੇ ਜਦੋਂ ਫਿਰ ਅਸੀਂ ਸਤ ਸੰਗਤ ਕਰਦੇ ਹਾਂ, ਇਹ ਸਾਡੇ ਅੰਦਰੋਂ ਹਉਮੈ, ਜਿਹੜੀ ਹਉਮੈ ਖਤਮ ਹੋ ਜਾਂਦੀ ਹੈ, ਪੜਦਾ ਪਾਸੇ ਹਟ ਜਾਂਦਾ ਹੈ। ਤੇ ਅਸੀਂ ਆਪਾ ਭਾਵ ਤਾਈ ਦਿੰਦੇ ਹਾਂ ਤੇ ਫਿਰ ਮਾਲਕ ਹੀ ਮਾਲਕ ਰਹਿ ਜਾਂਦਾ ਹੈ। ਫਿਰ ਮਹਾਰਾਜ ਦੱਸਦੇ ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧ ਦੀ ਇੰਨੀ ਮਹਿਮਾ, ਇੰਨੀ ਵਡਿਆਈ ਕੀਤੀ ਹੈ ਵੀ ਉਹਦੀ ਵਡਿਆਈ ਮਾਲਕ ਹੀ ਜਾਣ ਸਕਦਾ ਹੈ। ਆਪਾਂ ਜਾਣ ਹੀ ਨਹੀਂ ਸਕਦੇ ਵੀ ਸਾਧੂ ਦੀ ਕਿੰਨੀ ਕੁ ਵਡਿਆਈ, ਕਿੰਨੀ ਕੁ ਸ਼ੋਭਾ, ਵੀ ਉਹਨਾਂ ਦੀ ਪਹੁੰਚ ਕਿੱਥੇ ਕੁ ਤੱਕ ਹੈ। ਉਹਨਾਂ ਦਾ ਅੰਤ ਨਹੀਂ ਆਪਾਂ ਪਾ ਸਕਦੇ ਉਹਨਾਂ ਦੀ ਵਡਿਆਈ ਦਾ। ਫਿਰ ਸਾਧ ਦਾ ਸੰਗ ਕਰਕੇ ਸਾਡੀ ਮਾਲਕ ਦੇ ਨਾਲ ਬਣ ਆਉਂਦੀ, ਪਰਮਾਤਮਾ ਦੇ ਨਾਲ। ਤੇ ਉਦੋਂ ਕਹਿੰਦੇ ਫਿਰ ਜਦੋਂ ਸਾਡੀ ਮਾਲਕ ਨਾਲ ਪ੍ਰੀਤ ਪੈ ਗਈ ਵੀ ਇਹ ਸਾਧ ਨੇ, ਇਹਨਾਂ ਦੀ ਮਾਲਕ ਦੇ ਨਾਲ ਪ੍ਰੀਤ ਹੈ, ਇਹਨਾਂ ਦਾ ਮਾਲਕ ਨਾਲ ਪ੍ਰੇਮ। ਤੇ ਪ੍ਰੇਮ ਵੀ ਐਸਾ ਬਣਦਾ ਹੈ
ਵੀ ਜਿਹੜਾ ਕਿਸੇ ਦੇ ਤੋੜਿਆਂ ਟੁੱਟਦਾ ਨਹੀਂ ਹੈ। ਆਪਾਂ ਜੇ ਉਹ ਪ੍ਰੀਤ ਛੱਡਣੀ ਵੀ ਚਾਹੀਏ ਤੇ ਆਪਾਂ ਛੱਡ ਨਹੀਂ ਸਕਦੇ, ਮਾਲਕ ਨਹੀਂ ਛੱਡਣ ਦਿੰਦਾ ਆਪਾਂ। ਜਿਸ ਨੂੰ ਮਹਾਰਾਜ ਕਹਿੰਦੇ ਮੂਲਾ ਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੇ ਛੋੜੀ ਨਾ ਛੂਟੇ, ਐਸੀ ਮਾਧੋ ਖਿੰਚ ਤਣੀ। ਵੀ ਐਸਾ ਮਾਲਕ ਫਿਰ ਪਿਆਰ ਦੀ ਖਿੱਚ ਪਾਉਂਦਾ ਹੈ, ਕਿਸੇ ਦੇ ਤੋੜਿਆਂ ਟੁੱਟਦੀ ਨਹੀਂ, ਛੱਡਿਆਂ ਜਾਈਏ ਉਹ ਛੱਡੀ ਨਹੀਂ ਜਾਂਦੀ। ਫਿਰ ਇਸ ਕਰਕੇ ਕਹਿੰਦੇ ਨਾਨਕ ਸਾਧ ਪ੍ਰਭੂ ਬਣਾਈ, ਵੀ ਸਾਧੂ ਦੀ ਮਾਲਕ ਦੇ ਨਾਲ ਬਣਾਈ, ਮਾਲਕ ਦੇ ਨਾਲ ਇਹਨਾਂ ਦੀ ਪ੍ਰੀਤ ਹੈ, ਮਾਲਕ ਨਾਲ ਪ੍ਰੇਮ ਹੈ। ਤੇ ਆਪਾਂ ਨੂੰ ਕਹਿੰਦੇ ਵੀ ਜਿਹਦਾ ਫਿਰ ਮਾਲਕ ਨਾਲ ਪ੍ਰੇਮ ਹੈ ਪਰਮਾਤਮਾ ਦੇ ਨਾਲ, ਵੀ ਉਹਦਾ ਸੰਗ ਕਰੋ, ਉਹਦੀ ਸੰਗਤ ਕਰਕੇ ਆਪਾਂ ਇਹ ਜੀਵਨ ਦਾ ਲਾਹਾ ਕੱਢ ਸਕਦੇ ਹਾਂ। ਮਹਾਰਾਜ ਕਹਿੰਦੇ ਜਿਸ ਪਿਆਰੇ ਸਿਉ ਨੇਹੋ ਤੇ ਸਾਗੇ ਮਰ ਚਲੀਏ, ਧਰੈਕ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਬਈ ਇੱਕ ਤਾਂ ਅਸੀਂ ਸੰਸਾਰ ਦੀ ਖਾਤਰ ਜਿਉਂਦੇ ਹਾਂ, ਮਾਇਆ ਦੀ ਖਾਤਰ, ਇਹਨੂੰ ਤਾਂ ਮਹਾਰਾਜ ਕਹਿੰਦੇ ਧਰੈਕ ਜਿਉਣਾ। ਜੇ ਅਸੀਂ ਹੁਣ ਸਿਮਰਨ ਭਗਤੀ ਕਰਦੇ, ਮਾਲਕ ਨਾਲ ਪ੍ਰੀਤ ਨਹੀਂ ਕਰਦੇ, ਤੇ ਮਹਾਰਾਜ ਕਹਿੰਦੇ ਉਹਦੇ ਅੱਗੇ ਮਰ ਚੱਲੀਏ, ਵੀ ਜਿਹਦਾ ਨੇਹ, ਜਿਹਦਾ ਪਿਆਰ ਮਾਲਕ ਦੇ ਨਾਲ। ਵੀ ਜਦੋਂ ਅਸੀਂ ਉਹਦਾ ਸੰਗ ਕਰਾਂਗੇ ਤੇ ਫਿਰ ਉਹ ਆਪਾਂ ਨੂੰ ਦੱਸਣਗੇ ਵੀ ਉਹਨਾਂ ਨੇ ਕਿਵੇਂ ਪ੍ਰੀਤ ਪਾਈ, ਤੇ ਆਪਾਂ ਵੀ ਉਹਦੇ ਨਾਲ ਪ੍ਰੀਤ ਪਾ ਸਕਦੇ ਹਾਂ। ਫਿਰ ਆਪਣੀ ਵੀ ਮਾਲਕ ਨਾਲ ਬਣ ਆਉਂਦੀ, ਜਿਨ੍ਹਾਂ ਦੀ ਬਣੀ ਹੈ। ਜਦੋਂ ਆਪਾਂ ਉਹਨਾਂ ਦਾ ਸੰਗ ਕਰਾਂਗੇ ਫਿਰ ਆਪਣੀ ਵੀ ਬਣ ਆਏਗੀ। ਇਸ ਲਈ ਫਿਰ ਇਹ ਆਪਾਂ ਨੂੰ ਲਾਭ ਹੁੰਦਾ ਸਤ ਸੰਗਤ ਕਰਨ ਦਾ। ਫਿਰ ਮਹਾਰਾਜ ਕਹਿੰਦੇ ਸਾਧ ਕੈ ਸੰਗ ਨ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧੂ ਦਾ ਸੰਗ ਕਰਕੇ ਸਾਡਾ ਮਨ ਜਿਹੜਾ ਪਹਿਲਾਂ ਦੌੜਦਾ, ਚਾਰਾਂ ਦਿਸ਼ਾਵਾਂ ਵੱਲ, ਦਸ਼ਾਂ ਦਿਸ਼ਾਵਾਂ ਵੱਲ ਭੱਜਾ ਫਿਰਦਾ, ਵਿਚਾਰਾਂ 'ਚ ਫੁਰਨਿਆਂ 'ਚ, ਕਦੇ ਪਤਾਲ ਲੋਕ ਨੂੰ ਜਾਂਦਾ, ਕਦੇ ਆਕਾਸ਼ ਲੋਕ ਨੂੰ ਮਨ ਜਾਂਦਾ, ਇੱਕ ਥਾਂ 'ਤੇ ਰੁਕਦਾ ਹੀ ਨਹੀਂ। ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਨਹੀਂ ਰੁਕਦਾ, ਭੱਜਾ ਫਿਰਦਾ। ਜਦੋਂ ਅਸੀਂ ਫਿਰ ਸੰਗਤ ਕਰਦੇ ਫਿਰ ਇਹ ਦੌੜਨਾ ਬੰਦ ਹੋ ਜਾਂਦਾ, ਫਿਰ ਇਹ ਰੁਕ ਜਾਂਦਾ ਇੱਕ ਥਾਂ 'ਚ। ਫਿਰ ਜਦੋਂ ਰੁਕ ਜਾਂਦਾ ਫਿਰ ਇਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ, ਫਿਰ ਇਹ ਸੁਖੀ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਸੰਗ ਕਰਕੇ ਫਿਰ ਸਾਡਾ ਮਨ ਦੌੜਨ ਨੂੰ ਬੰਦ ਹੋ ਜਾਂਦਾ, ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਤੇ ਫਿਰ ਇਹ ਸਦਾ ਸੁਖੀ ਹੋ ਜਾਂਦਾ। ਜਦੋਂ ਵਿਚਾਰਾਂ ਤੋਂ ਰਹਿਤ ਹੋ ਗਏ ਅਸੀਂ ਸੁਖੀ ਹਾਂ। ਦੁੱਖ ਦਾ ਕਾਰਨ ਹੈ ਵਿਚਾਰ ਫੁਰਨੇ, ਹੋਰ ਆਪਾਂ ਨੂੰ ਕੋਈ ਦੁਖੀ ਨਹੀਂ ਕਰਦਾ। ਦੁੱਖ ਜਿਹੜਾ ਹੈ ਉਹ ਵਿਚਾਰਾਂ ਦੇ ਵਿੱਚ ਫੁਰਨਿਆਂ 'ਚ। ਜਿਵੇਂ ਹੁਣ ਇਕੱਲਾ ਜੀ ਬੈਠਾ, ਉਹਨੂੰ ਕੋਈ ਕੁਝ ਕਹਿੰਦਾ ਨਹੀਂ, ਉਹ ਇਕੱਲਾ ਹੀ ਦੁਖੀ ਹੋਈ ਜਾ ਰਿਹਾ, ਅੰਦਰੋਂ ਵਿਚਾਰ ਆਈ ਜਾਂਦੇ, ਫੁਰਨੇ ਆਈ ਜਾਂਦੇ, ਉਹ ਵਿਚਾਰਾਂ 'ਚ ਦੁਖੀ ਹੋਈ ਜਾਂਦਾ। ਤੇ ਇਸ ਕਰਕੇ ਫਿਰ ਜਦੋਂ ਅਸੀਂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰ ਲਿਆ ਤੇ ਫਿਰ ਕੋਈ ਦੁੱਖ ਹੀ ਨਹੀਂ, ਸੁੱਖ ਹੀ ਸੁੱਖ। ਇਸ ਕਰਕੇ ਫਿਰ ਇਹ ਵਿਚਾਰਾਂ ਦੇ ਵਿੱਚ ਹੀ ਸੰਸਾਰ ਦੇ ਜਿਹੜਾ ਇਹ ਦੁੱਖ ਸੁੱਖ ਹੈ, ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਨੇ, ਵਿਚਾਰਾਂ ਦੇ ਹੀ ਇਹ ਸੰਸਾਰ ਦੇ ਰਸਤੇ ਨਾਤੇ ਨੇ। ਜਿਹਦੇ ਨਾਲ ਆਪਣੇ ਵਿਚਾਰ ਮਿਲਦੇ ਉਹਦੇ ਨਾਲ ਆਪਾਂ ਕਹਿੰਦੇ ਵੀ ਪਿਆਰ ਹੈ। ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਵਿਚਾਰਾਂ ਦਾ ਟਕਰਾਅ ਹੋ ਗਿਆ, ਉਹਦੇ ਵਰਤਾਏ ਸਾਡੇ ਅੰਦਰ ਵੈਰ ਵਿਰੋਧ ਪੈਦਾ ਹੋ ਜਾਂਦਾ, ਉਹਦੀ ਜੀਵਨ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਸੋ ਇਸ ਕਰਕੇ ਫਿਰ ਇਹ ਜਿਹੜਾ ਸਾਰਾ ਖੇਲ ਹੈ, ਖੇਲ ਹੀ ਵਿਚਾਰਾਂ ਦਾ। ਤੇ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕੋ ਸ਼ਬਦ 'ਚ ਕਲੀਅਰ ਕਰ ਦਿੱਤਾ ਵੀ ਜੇ ਤੁਸੀਂ ਦੁਬਾਰਾ ਵਾਪਸ ਨਹੀਂ ਆਉਣਾ ਚਾਹੁੰਦੇ, ਤੁਸੀਂ ਇਹ ਵਿਚਾਰਾਂ ਨੂੰ ਹੀ ਬੰਦ ਕਰ ਦਿਓ, ਵਿਚਾਰ ਰੋਕ ਦਿਓ। ਮਾਰੇ ਕਹਿੰਦੇ ਵਿਚਾਰ ਮਾਰੇ ਪਰੇ ਤਾਰੇ ਉਲਟ ਜੂਨ ਨਾ ਆਵੇ, ਵੀ ਉਲਟ ਕੇ ਦੁਬਾਰਾ ਨਹੀਂ ਜੂਨਾ ਚਾਹੋਗੇ, ਇਹ ਵਿਚਾਰਾਂ ਨੂੰ ਮਾਰ ਦਿਓ, ਵਿਚਾਰਾਂ ਨੂੰ ਖਤਮ ਕਰ ਦਿਓ। ਹੁਣ ਇਹ ਵਿਚਾਰਾਂ ਨੂੰ ਖਤਮ ਕਰਨ ਦੀ ਫਿਰ ਵਿਧੀ ਜੁਗਤੀ ਤਰੀਕਾ, ਜਦ ਤੱਕ ਸਾਨੂੰ ਇਹ ਵਿਧੀ ਜੁਗਤੀ ਤਰੀਕਾ ਨਹੀਂ ਆਉਂਦਾ ਸਾਡੇ ਵਿਚਾਰ ਖਤਮ ਨਹੀਂ ਹੁੰਦੇ। ਜਦ ਤੱਕ ਅਸੀਂ ਇਹ ਪਾਉਣ ਤੋਂ ਅੱਡ ਹੋਣਾ ਸਿੱਖਦੇ ਨਹੀਂ, ਉਹਨਾਂ ਸਮਾਂ ਸਾਡੇ ਵਿਚਾਰ ਬੰਦ ਨਹੀਂ ਹੁੰਦੇ, ਸਾਨੂੰ ਕੋਈ ਨਾ ਕੋਈ ਵਿਚਾਰ ਆਉਂਦਾ ਹੀ ਰਹਿੰਦਾ।
ਚਾਹੇ ਉਹ ਵਿਚਾਰ ਸਤੋ ਗੁਣੀ ਹੈ, ਚਾਹੇ ਰਜੋ ਗੁਣੀ ਹੈ, ਚਾਹੇ ਤਮੋ ਗੁਣੀ ਹੈ, ਉਹ ਵਿਚਾਰ ਕੋਈ ਨਾ ਕੋਈ ਸਾਨੂੰ ਆਈ ਜਾਏਗਾ। ਇਸ ਕਰਕੇ ਫਿਰ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਪਾਉਣ ਤੋਂ ਅੱਡ ਹੋਣਾ ਸਿੱਖਦੇ। ਜਦੋਂ ਅਸੀਂ ਪਾਉਣ ਤੋਂ ਅੱਡ ਹੋਣਾ ਸਿੱਖ ਲਿਆ, ਵੱਖ ਹੋਣਾ, ਉੱਥੇ ਕੋਈ ਵਿਚਾਰ ਨਹੀਂ ਆਉਂਦਾ। ਜਦੋਂ ਆਪਾਂ ਇਹ ਨਵਾਂ ਦਰਾਂ 'ਚ ਪ੍ਰਵੇਸ਼ ਹੁੰਦੇ ਹਾਂ, ਫਿਰ ਵਿਚਾਰ ਚੱਲਦੇ। ਜਦੋਂ ਅਸੀਂ ਇਹਨਾਂ ਤੋਂ ਵੱਖ ਹੋ ਗਏ, ਉੱਥੇ ਕੋਈ ਵਿਚਾਰ। ਇਸ ਵਾਸਤੇ ਫਿਰ ਆਪਾਂ ਨੂੰ ਜਦੋਂ ਆਪਾਂ ਇਹ ਸਤ ਸੰਗਤ ਕਰਦੇ ਹਾਂ, ਪਾਉਣ ਤੋਂ ਅੱਡ ਹੋਣਾ ਆਪਾਂ ਸਿੱਖ ਲੈਂਦੇ ਹਾਂ, ਫਿਰ ਅਸੀਂ ਸਦਾ ਸੁਖੀ ਹੋ ਜਾਂਦੇ ਹਾਂ। ਆਪਣੇ ਘਰ ਦੇ ਵਿੱਚ ਆਪਾਂ ਉੱਥੇ ਜਾਣਾ ਸਿੱਖ ਲਿਆ ਤੇ ਉੱਥੇ ਸੌਖੀ ਸੌਖੇ। ਫੇਰ ਮਹਾਰਾਜ ਦੱਸਦੇ, ਸਾਧ ਸੰਗ ਵਸਤ ਗੋਚਰ ਲਹੇ, ਸਾਧੂ ਕੈ ਸੰਗ ਅਜਰ ਸਹੇ। ਵੀ ਸਾਧੂ ਦਾ ਸੰਗ ਕਰਕੇ, ਸਾਧ ਸੰਗਤ ਕਰਕੇ ਸਾਨੂੰ ਉਹ ਵਸਤ ਗੋਚਰ ਨਾਮ ਦੀ ਪ੍ਰਾਪਤੀ ਹੋ ਜਾਂਦੀ। ਜੋ ਸਾਡੇ ਅੰਦਰ ਨਾਮ ਗੁਪਤ ਹੈ, ਜਿਹਨੂੰ ਸ਼ਬਦ ਗੁਰੂ ਆਖਿਆ, ਨਾਦ ਆਖਿਆ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ, ਜਿਹਨੂੰ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਉਸ ਗੋਚਰ ਵਸਤੂ ਦੀ ਆਪਾਂ ਨੂੰ ਪ੍ਰਾਪਤੀ ਹੋ ਜਾਂਦੀ, ਨਾਮ ਦੀ। ਤੇ ਫਿਰ ਅਸੀਂ ਸਾਧੂ ਦਾ ਸੰਗ ਕਰਕੇ ਅਜਰ ਸਹਿਣਾ। ਅਜਰ ਸਹਿਣ ਦਾ ਮਤਲਬ ਹੁੰਦਾ ਹੈ ਬਈ ਉਹ ਸ਼ਕਤੀ ਨੂੰ ਯਾਰ ਲੈਣਾ। ਜਿਵੇਂ ਹੁਣ ਆਪਾਂ ਇਹ ਸਿਮਰਨ ਕਰਦੇ, ਅਭਿਆਸ ਕਰਦੇ ਹਾਂ, ਪਹਿਲਾਂ ਸਾਸ ਗਿਰਾਸ ਕਰਦੇ ਹਾਂ। ਜਦੋਂ ਸਾਨੂੰ ਇਹ ਪਰਪੱਕ ਹੋ ਜਾਂਦਾ, ਫਿਰ ਆਪਾਂ ਸਾਸ ਸਿਮਰਨ ਕਰਦੇ ਹਾਂ। ਫਿਰ ਜਦੋਂ ਉਹ ਪਰਪੱਕ ਹੋ ਗਿਆ, ਫਿਰ ਆਪਾਂ ਰੋਮ ਰੋਮ ਸਿਮਰਨ ਕਰਦੇ ਹਾਂ। ਅਸੀਂ ਜਦੋਂ ਰੋਮ ਰੋਮ ਸਿਮਰਨ ਕੀਤਾ ਹੁੰਦਾ, ਫਿਰ ਜਦੋਂ ਸਾਡੇ ਅੰਦਰ ਮਾਲਕ ਬੋਲਦਾ, ਜਦੋਂ ਮਾਲਕ ਆਪਣੇ ਅੰਦਰ ਬੋਲਦਾ, ਬਹੁਤ ਜ਼ਬਰਦਸਤ ਆਵਾਜ਼ ਹੁੰਦੀ। ਕਈ ਵਾਰੀ ਉਹ ਇੰਨਾ ਜ਼ਬਰਦਸਤ ਧਮਾਕਾ ਹੁੰਦਾ ਆਪਣੇ ਅੰਦਰ ਬਈ ਆਪਾਂ ਨੂੰ ਇਉਂ ਲੱਗਦਾ ਬੈਠਿਆਂ ਨੂੰ ਵੀ ਸਾਡਾ ਸਰੀਰ ਹੀ ਉੱਡ ਗਿਆ ਜਾਂ ਆਪਣਾ ਸੈਰ ਹੀ ਉੱਡ ਗਿਆ ਜੀ। ਤੇ ਉਸ ਨੂੰ ਗੁਰਬਾਣੀ 'ਚ ਕਹਿੰਦੇ ਗੁਰ ਸ਼ਬਦੀ ਗੋਬਿੰਦ ਗੱਜਿਆ। ਬਈ ਉਹ ਫਿਰ ਮਾਲਕ ਸਾਡੇ ਅੰਦਰ ਗਰਜਦਾ, ਉਹ ਗੂੰਜ ਪਾਉਂਦਾ। ਜਿਵੇਂ ਆਪਾਂ ਕਈ ਵਾਰ ਦੇਖਦੇ ਹਾਂ ਵੀ ਆ ਬਿਜਲੀ ਡਿੱਗਦੀ, ਜਿਵੇਂ ਉਹ ਕਿੰਨਾ ਜ਼ਬਰਦਸਤ ਧਮਾਕਾ ਹੁੰਦਾ। ਉਦੋਂ ਫਿਰ ਉਹ ਕਈ ਵਾਰੀ ਆ ਜਦੋਂ ਡਿੱਗਦੀ, ਫਿਰ ਆਪਾਂ ਦੇਖਦੇ ਕਈ ਵਾਰੀ ਆ ਸ਼ੀਸ਼ੇ ਟੁੱਟ ਜਾਂਦੇ, ਜਾਂ ਕੰਧਾਂ ਵੀ ਪੱਟ ਜਾਂਦੀਆਂ, ਜਾਂ ਦਰਖਤ ਵੀ ਪੱਟ ਜਾਂਦੇ ਆ। ਇਸੇ ਤਰ੍ਹਾਂ ਹੀ ਫਿਰ ਜਦੋਂ ਮਾਲਕ ਆਪਣੇ ਅੰਦਰ ਬੋਲਦਾ, ਉਹ ਸ਼ਬਦ ਦੁਆਰਾ ਗਰਜਦਾ, ਤੇ ਨਾਲ ਫਿਰ ਉਹ ਪ੍ਰਕਾਸ਼ ਵੀ ਪੈਦਾ ਹੁੰਦਾ ਹੈ। ਜੇ ਅਸੀਂ ਰੋਮ ਰੋਮ ਸਿਮਰਨ ਕੀਤਾ ਹੁੰਦਾ ਹੈ, ਫਿਰ ਜਿੰਨੀ ਸ਼ਕਤੀ, ਜਿੰਨਾ ਅਜਰ ਅਸੀਂ ਜਰ ਸਕਦੇ ਹਾਂ, ਓਨਾ ਸਾਡਾ ਸਰੀਰ ਜਰ ਲੈਂਦਾ। ਬਾਕੀ ਉਹ ਰੋਮਾਂ ਰਾਹੀਂ ਸ਼ਕਤੀ ਬਾਹਰ ਨਿਕਲ ਜਾਂਦੀ ਹੈ। ਜੇ ਆਪਾਂ ਹੁਣ ਉਹ ਰੋਮ ਰੋਮ ਸਿਮਰਨ ਕੀਤਾ ਨਹੀਂ, ਮਾਲਕ ਗਰਜਿਆ, ਉਹ ਅਜਰ ਸਤੋਂ ਜਰਿਆ ਨਹੀਂ ਜਾਂਦਾ, ਤੇ ਫਿਰ ਜੀਵ ਦਾ ਸੰਤੁਲਨ ਵਿਗੜ ਜਾਂਦਾ ਹੈ। ਦਿਮਾਗੀ ਤੌਰ ਤੇ ਉਹ ਅਪਸੈਟ ਹੋ ਜਾਂਦਾ ਹੈ। ਤੇ ਜੇ ਜੀਵ ਇਸ ਤਰ੍ਹਾਂ ਸ਼ਬਦ ਦੁਆਰਾ ਉਹਦਾ ਸੰਤੁਲਨ ਵਿਗੜ ਜੇ, ਫਿਰ ਇਸ ਸੰਸਾਰ ਦੇ ਡਾਕਟਰ ਉਹਦਾ ਕੋਈ ਇਲਾਜ ਕਰ ਹੀ ਨਹੀਂ ਸਕਦਾ। ਉਹਦਾ ਇਹ ਦੁਨੀਆ 'ਚ ਕੋਈ ਇਲਾਜ ਹੀ ਹੈ ਨਹੀਂ। ਸੰਸਾਰ ਦੇ ਵਿੱਚ ਉਹ ਕਿਤੇ ਵੀ ਕਿਸੇ ਵੀ ਡਾਕਟਰ ਕੋਲ ਚਲਾ ਜਾਵੇ, ਉਹਦਾ ਇਲਾਜ ਨਹੀਂ ਕਰ ਸਕਦੇ, ਕਿਉਂਕਿ ਉਹਦਾ ਸੰਤੁਲਨ ਜਿਹੜਾ ਉਹ ਸ਼ਬਦ ਦੁਆਰਾ ਫਿਰ ਉਹ ਵਿਗੜਿਆ। ਇਸ ਕਰਕੇ ਫਿਰ ਉਹਦਾ ਸੰਤੁਲਨ ਠੀਕ ਹੋ ਸਕਦਾ ਜੇ ਉਹ ਸੰਗ ਕਰੇ ਸਾਧੂ ਜਨਾਂ ਦਾ, ਸੰਤਾਂ ਦਾ, ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਅਜਰ ਨੂੰ ਜਰਿਆ। ਫਿਰ ਉਹਨਾਂ ਦਾ ਜਦੋਂ ਆਪਾਂ ਸੰਗ ਕਰਦੇ ਹਾਂ, ਫਿਰ ਇਸ ਕਰਕੇ ਆਪਾਂ ਨੂੰ ਵੀ ਉਹ ਅਜਰ ਜਿਹੜਾ ਉਹ ਸ਼ਕਤੀ ਉਹ ਅਸੀਂ ਜਰ ਲੈਂਦੇ ਹਾਂ ਉਸ ਨੂੰ। ਫਿਰ ਆਪਣਾ ਜਿਹੜਾ ਸੰਤੁਲਨ ਆ, ਉਹ ਸੰਤੁਲਨ ਵਿਗੜਦਾ ਨਹੀਂ ਸਕਦਾ, ਤੇ ਸਾਡਾ ਮਨ ਹੈ ਜਿਹੜਾ ਉਹ ਹੋਰ ਸਹਿਜ ਦੇ ਵਿੱਚ ਹੋਰ ਉਹ ਅੰਤਰਮੁਖੀ ਹੋ ਜਾਂਦਾ ਹੈ। ਇਸ ਲਈ ਫਿਰ ਮਹਾਰਾਜ ਕਹਿੰਦੇ ਸਾਧੂ ਕੈ ਸੰਗ ਅਜਰ ਸਹੇ। ਬਈ ਉਹ ਜਿਹੜੀ ਸ਼ਕਤੀ ਨਾ ਜਰੀ ਜਾਣ ਵਾਲੀ, ਅਸੀਂ ਉਹਨੂੰ ਵੀ ਜਰ ਲੈਂਦੇ ਹਾਂ। ਜਦੋਂ ਮਾਲਕ ਆਪਣੇ ਅੰਦਰ ਗਰਜਦਾ, ਬੋਲਦਾ, ਫਿਰ ਉਹ ਪ੍ਰਕਾਸ਼ ਪੈਦਾ ਹੁੰਦਾ, ਫਿਰ ਉਹਨੂੰ ਵੀ ਆਪਾਂ ਸਹਿ ਲੈਂਦੇ ਹਾਂ, ਉਹਨੂੰ ਵੀ ਸਾਡਾ ਮਨ ਹੈ ਜਿਹੜਾ ਉਹ ਜਰ ਲੈਂਦਾ ਹੈ।
ਵੇਰ ਮਹਾਰਾਜ ਦੱਸਦੇ ਸਾਧ ਕੇ ਸੰਗ ਵਸੇ ਥਾਨ ਊਚੇ, ਸਾਧੂ ਕੇ ਸੰਗ ਮਹਿਲ ਪਹੁੰਚੇ। ਬਈ ਸਾਧੂ ਦਾ ਸੰਗ ਕਰਕੇ ਸਾਡਾ ਮਨ ਉੱਚੇ ਥਾਂ ਤੇ ਵਸਣਾ ਸ਼ੁਰੂ ਕਰ ਦਿੰਦਾ। ਉੱਚਾ ਕੀ? ਆਪਣਾ ਘਰ ਹੈ ਜਿਹੜਾ ਨਿਜ ਮਹਿਲ, ਉਹ ਇਹ ਤੋਂ ਉੱਚਾ ਹੈ, ਉੱਪਰ, ਜਿਹਨੂੰ ਮਹਾਰਾਜ ਕਹਿੰਦੇ ਉੱਚੋ ਥਾਨ ਸੁਹਾਵਣੋ ਉੱਪਰ ਮਹਿਲ ਮਰਾਰ। ਵੀ ਜਿਹੜੇ ਆਪਣਾ ਕੇਸ ਨੇ, ਕੇਸਾਂ ਦੇ ਨਾਲ ਉਹ ਗੜ੍ਹ ਹੈ, ਜਿਵੇਂ ਜਿਨ੍ਹਾਂ ਨੂੰ ਆਪਾਂ ਬਾਲ ਕਹਿੰਦੇ ਗੁਰਮਤਿ 'ਚ, ਇਹਨਾਂ ਨੂੰ ਕੇਸਾਂ ਦਾ ਨਾਮ ਦਿੱਤਾ ਹੈ। ਇਸ ਕੇਸਾਂ ਦੇ ਨਾਲ ਉਹ ਗੜ੍ਹ ਹੈ ਜਿਹੜਾ ਉੱਚਾ ਸਥਾਨ ਸਾਡੇ ਮਨ ਵਾਸਤੇ, ਜਿਹਨੂੰ ਨਿਜ ਮਹਿਲ ਕਹਿੰਦੇ, ਜਿਹਨੂੰ 10ਵਾਂ ਦਵਾਰ ਕਹਿੰਦੇ, ਥਿਰ ਘਰ ਕਹਿੰਦੇ। ਹੁਣ ਇਸੇ ਦਾ ਹੀ ਨਮੂਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਤਿਆਰ ਕੀਤਾ ਤੇ ਉਸ ਸਥਾਨ ਦਾ ਨਾਂ ਇਸੇ ਸਥਾਨ ਦੇ ਨਾਂ ਤੇ ਹੀ ਰੱਖਿਆ, ਕੇਸਗੜ੍ਹ ਸਾਹਿਬ। ਬਈ ਉਹ ਕੇਸਾਂ ਦੇ ਨਾਲ ਗੜ੍ਹ ਹੈ ਜਿਹਦੇ ਵਿੱਚ ਸਾਡਾ ਸਾਰਿਆਂ ਦਾ ਸਾਹਿਬ ਜੋ ਮਾਲਕ ਉਹ ਵਸਦਾ ਹੈ, ਜਿੱਥੇ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਰਸ ਪਿਆ ਹੈ, ਸਾਡੇ ਮਨ ਦਾ ਭੋਜਨ। ਤੇ ਆਪਾਂ ਨੂੰ ਫਿਰ ਕਹਿੰਦੇ ਵੀ ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ ਫਿਰ ਸਾਡਾ ਮਨ ਉੱਚੇ ਥਾਂ ਤੇ ਵਸਣਾ, ਆਪਦੇ ਘਰ ਦੇ ਵਿੱਚ ਵਸਣਾ ਸ਼ੁਰੂ ਕਰ ਦਿੰਦਾ ਹੈ ਤੇ ਅਸੀਂ ਉਹ ਮਹਿਲ ਦੇ ਵਿੱਚ ਪਹੁੰਚ ਜਾਂਦੇ ਹਾਂ। ਉੱਥੇ ਅਸੀਂ ਰਹਿਣਾ ਵਸੇਰਾ ਕਰ ਲੈਂਦੇ ਹਾਂ, ਜੋ ਸਾਡਾ ਅਸਲ ਘਰ ਹੈ, ਜਿਸ ਨੂੰ ਆਪਾਂ ਨੂੰ ਰੋਜ਼ ਮਹਾਰਾਜ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਵੀ ਤੁਹਾਡਾ ਦੁਬਾਰਾ ਸੰਸਾਰ 'ਚ ਫੇਰਾ ਨਹੀਂ ਹੋਏਗਾ, ਤੁਸੀਂ ਨਿਜ ਮਹਿਲ 'ਚ ਆ ਜਾਓ, ਥਿਰ ਘਰ ਦੇ ਵਿੱਚ ਆ ਜਾਓ। ਤੇ ਜਦ ਤੱਕ ਅਸੀਂ ਹੁਣ ਸਤ ਸੰਗਤ ਨਹੀਂ ਕਰਦੇ, ਅਸੀਂ ਪੜ੍ਹੀ ਤਾਂ ਜਾਂਦੇ ਰੋਜ਼ ਹੀ, ਪਰ ਅਸੀਂ ਉਹ ਨਿਜ ਮਹਿਲ ਦਾ ਭੇਦ ਜਾਣਦੇ ਨਹੀਂ। ਸਾਨੂੰ ਪਤਾ ਨਹੀਂ ਵੀ ਉਹ ਨਿਜ ਮਹਿਲ ਹੈ ਕਿੱਥੇ, ਬਈ ਉਹ ਨਿਜ ਮਹਿਲ ਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ, ਕਿਵੇਂ ਅਸੀਂ ਉਹਨੂੰ ਖੋਲ੍ਹਣਾ, ਕਿਵੇਂ ਅਸੀਂ ਉਹ ਘਰ ਜਾਣਾ, ਉਹਦਾ ਸਾਨੂੰ ਭੇਦ ਨਹੀਂ। ਉਹ ਫਿਰ ਭੇਦ ਸਾਨੂੰ ਸਤ ਸੰਗਤ ਕਰਕੇ ਆਉਂਦਾ ਹੈ। ਬਈ ਉਹ ਨਿਜ ਮਹਿਲ ਕਿੱਥੇ ਹੈ, ਕਿਵੇਂ ਅਸੀਂ ਉਹ ਨਿਜ ਮਹਿਲ ਦੇ ਵਿੱਚ ਜਾਣਾ, ਕਿਵੇਂ ਅਸੀਂ ਉੱਥੇ ਵਸਣਾ, ਉਹ ਫਿਰ ਆਪਾਂ ਸਤ ਸੰਗਤ ਕਰਕੇ ਫਿਰ ਉਹ ਆਪਣਾ ਘਰ ਹੈ ਜਿਹੜਾ, ਉਹ ਘਰ ਦੇ ਵਿੱਚ ਅਸੀਂ ਵਸਣਾ ਸ਼ੁਰੂ ਕਰ ਦਿੰਦੇ ਹਾਂ। ਫਿਰ ਮਹਾਰਾਜ ਦੱਸਦੇ ਸਾਧ ਕੇ ਸੰਗ ਦਿਰੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਬਈ ਜਦੋਂ ਅਸੀਂ ਸਾਧੂ ਦਾ ਸੰਗ ਕਰਦੇ ਹਾਂ ਫਿਰ ਅਸੀਂ ਉਹ ਧਰਮ ਨੂੰ ਦ੍ਰਿੜ ਕਰਦੇ। ਧਰਮ ਕੀ ਹੈ? ਸਾਡਾ ਸਾਰਿਆਂ ਦਾ ਸੱਚ ਪਰਮਾਤਮਾ ਵਾਹਿਗੁਰੂ ਨੂੰ ਧਰਮ ਆਖੀਏ। ਜਦੋਂ ਅਸੀਂ ਫਿਰ ਇਹ ਸਿਮਰਨ ਕਰਦੇ ਹਾਂ ਪਰਮਾਤਮਾ ਦਾ, ਵਾਹਿਗੁਰੂ ਦਾ, ਫਿਰ ਜੋ ਸਾਡੇ ਮਨ ਦੇ ਉੱਤੇ ਮੈਲ ਲੱਗੀ ਹੁੰਦੀ, ਇਹ ਵਿਚਾਰਾਂ ਦੀ ਮੈਲ ਲੱਥਦੀ। ਇਸ ਨੂੰ ਮਹਾਰਾਜ ਗੁਰਬਾਣੀ 'ਚ ਫਿਰ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪਤ ਜਾਇਆ ਬਲਰਾਮ ਜੀਓ। ਧਰਮ ਦਿਰੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦਿਰੜਾਇਆ, ਸਤਿਗੁਰ ਗੁਰ ਪੂਰਾ ਰਾਧੋ, ਸਭ ਕੈ ਲਵਿਖ ਪਾਪ ਗਵਾਇਆ। ਬਈ ਅਸੀਂ ਫਿਰ ਸਾਧ ਸੰਗਤ ਕਰਕੇ ਉਹ ਧਰਮ ਨੂੰ ਦ੍ਰਿੜ ਕਰਦੇ ਹਾਂ। ਨਹੀਂ ਤਾਂ ਪਹਿਲਾਂ ਸਾਨੂੰ ਉਹ ਧਰਮ ਦਾ ਪਤਾ ਹੀ ਨਹੀਂ ਹੁੰਦਾ ਵੀ ਧਰਮ ਹੈ ਕੀ। ਫਿਰ ਸਾਨੂੰ ਪਤਾ ਲੱਗਦਾ ਵੀ ਪਰਮਾਤਮਾ ਨੂੰ ਹੀ ਧਰਮ ਆਖੀਏ, ਵੀ ਜਦੋਂ ਅਸੀਂ ਵਿਛੜੇ ਹਾਂ ਉਹੀਓ ਸਾਡਾ ਧਰਮ ਹੈ। ਫਿਰ ਅਸੀਂ ਉਹ ਧਰਮ ਨੂੰ ਦ੍ਰਿੜ ਕਰਦੇ ਹਾਂ ਤੇ ਫਿਰ ਅਸੀਂ ਉਹ ਪਾਰ ਬ੍ਰਹਮ ਪਰਮਾਤਮਾ ਜੋ ਅਕਾਲ ਪੁਰਖ ਹੈ, ਫਿਰ ਉਸ ਧਰਮ ਨੂੰ ਹੀ, ਪਰਮਾਤਮਾ ਨੂੰ ਹੀ ਫਿਰ ਅਸੀਂ ਹਰ ਪਾਸੇ ਦੇਖਦੇ ਹਾਂ, ਅੰਦਰ ਵੀ ਤੇ ਬਾਹਰ ਵੀ। ਇਸ ਲਈ ਮਹਾਰਾਜ ਕਹਿੰਦੇ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਵੀ ਅਸੀਂ ਫਿਰ ਪਾਰ ਬ੍ਰਹਮ ਮਾਲਕ ਨੂੰ ਦੇਖਦੇ ਹਾਂ ਵੀ ਉਹ ਹਰ ਥਾਂ ਤੇ ਮੌਜੂਦ ਹੈ। ਐਸੀ ਕੋਈ ਥਾਂ ਨਹੀਂ ਵੀ ਜਿੱਥੇ ਉਹ ਮਾਲਕ ਨਾ ਹੋਵੇ। ਫਿਰ ਮਹਾਰਾਜ ਕਹਿੰਦੇ ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਵੀ ਸਾਧ ਸੰਗਤ ਕਰਕੇ ਅਸੀਂ ਉਹ ਜੋ ਨਾਮ ਨਿਧਾਨ, ਜਿਹਨੂੰ ਖਜ਼ਾਨਾ ਆਖਿਆ, ਅਸੀਂ ਉਹ ਖਜ਼ਾਨੇ ਨੂੰ ਲੱਭ ਲੈਂਦੇ ਹਾਂ, ਅਸੀਂ ਉਹ ਖਜ਼ਾਨੇ ਦੀ ਪ੍ਰਾਪਤੀ ਕਰ ਲੈਂਦੇ ਹਾਂ।
ਤੇ ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਨਾਮ ਦੀ, ਨਿਧਾਨ ਦੀ, ਮਹਾਰਾਜ ਕਹਿੰਦੇ ਵੀ ਅਸੀਂ ਐਸੇ ਸਾਧੂਆਂ ਤੋਂ, ਐਸੇ ਸੰਤਾਂ ਤੋਂ ਕੁਰਬਾਨ ਜਾਂਦੇ ਹਾਂ, ਵੀ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਉਹ ਖਜ਼ਾਨਾ ਪ੍ਰਾਪਤ ਕਰ ਲਿਆ, ਜਿਸ ਨੂੰ ਮਹਾਰਾਜ ਕਹਿੰਦੇ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਵੀ ਜੋ ਪਰਮਾਤਮਾ ਦਾ ਨਾਮ ਹੈ, ਨਿਧਾਨ ਹੈ, ਖਜ਼ਾਨਾ, ਤੇ ਗੁਰਮੁਖਾਂ ਨੇ, ਸਾਧੂਆਂ ਨੇ ਖਜ਼ਾਨੇ ਦੀ ਪ੍ਰਾਪਤੀ ਕਰ ਲਈ, ਤੇ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੇ ਕੁਰਬਾਨ, ਅਸੀਂ ਉਹਨਾਂ ਤੇ ਬਲਿਹਾਰ। ਫਿਰ ਮਹਾਰਾਜ ਦੱਸਦੇ ਸਾਧ ਕੇ ਸੰਗ ਸਭ ਕੁਲ ਆਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਸਾਧੂ ਦਾ ਸੰਗ ਕਰਕੇ ਅਸੀਂ ਆਪਦੀ ਕੁੱਲ ਦਾ ਆਧਾਰ ਕਰ ਲੈਂਦੇ ਹਾਂ। ਇੱਕ ਤਾਂ ਆਪਾਂ ਆਪ ਤਰਦੇ ਹਾਂ, ਇੱਕ ਹੁੰਦਾ ਆਪਦੀ ਕੁੱਲ ਨੂੰ ਵੀ ਤਰ ਲੈਣਾ ਨਾਲ। ਜਿਵੇਂ ਮਹਾਰਾਜ ਕਹਿੰਦੇ ਵੀ ਜਿਹੜੇ ਭਗਤ ਗੁਰਮੁਖ, ਉਹਨਾਂ ਦੀ ਜਿਹੜੀ ਬਾਣੀ, ਉਹਨਾਂ ਦੀ ਜਿਹੜੀ ਵਿਚਾਰ, ਜਿਹੜੀ ਉਹ ਕੱਛ ਕਹਾਣੀ ਕਰਦੇ, ਉਹ ਨਿਰਾਲੀ ਅਚਰਜ ਕਰਦੇ, ਤੇ ਉਹ ਆਪ ਵੀ ਤਰਦੇ ਤੇ ਨਾਲ ਆਪਦੀ ਕੁੱਲ ਨੂੰ ਵੀ ਤਾਰ ਲੈਂਦੇ। ਮਹਾਰਾਜ ਕਹਿੰਦੇ ਭਗਤ ਜਨਾ ਕੀ ਉੱਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ, ਸਫਲ ਜਨਮ ਭਇਆ ਤਨ ਕੇਰਾ, ਆਪ ਤਰੇ ਕੁੱਲ ਤਾਰੀ। ਬਈ ਆਪ ਵੀ ਤਰਦੇ ਤੇ ਆਪਦੀ ਕੁੱਲ ਨੂੰ ਵੀ ਤਾਰ ਲੈਂਦੇ। ਜਿਵੇਂ ਹੁਣ ਸੰਸਾਰ ਦੇ ਵਿੱਚ ਤਾਂ ਅਗਿਆਨਤਾ ਦੇ ਵਿੱਚ ਜੀਵ ਕੋਈ ਮੰਨਦਾ, ਜਿਵੇਂ ਆਪਦੇ ਵੱਡੇ ਵਡੇਰਿਆਂ ਨੂੰ ਵੀ ਜਿਹੜੇ ਚਲੇ ਗਏ ਉਹਨਾਂ ਦੀ ਪੂਜਾ ਕਰਦਾ, ਉਹਨਾਂ ਨੂੰ ਮੰਨਦਾ। ਹੁਣ ਜੇ ਉਹਨਾਂ ਨੇ ਸਿਮਰਨ ਭਗਤੀ ਨਹੀਂ ਕੀਤੀ, ਉਹ ਤਾਂ ਅਗਾਂਹ ਜੂਨਾਂ 'ਚ ਚਲੇ ਗਏ। ਹੁਣ ਉਹ ਤਾਂ ਸਾਡਾ ਭਲਾ ਕੁਝ ਕਰ ਨਹੀਂ ਸਕਦੇ, ਪਰ ਆਪਾਂ ਉਹਨਾਂ ਦਾ ਭਲਾ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਹੁਣ ਮੌਕਾ, ਆਪਣੇ ਕੋਲ ਹੁਣ ਵਾਰੀ ਹੈ, ਆਪਾਂ ਨੂੰ ਸਮਾਂ ਮਿਲਿਆ। ਉਹ ਨਹੀਂ ਆਪਾਂ ਨੂੰ ਕੁਛ ਦੇ ਸਕਦੇ, ਉਹ ਨਹੀਂ ਆਪਣਾ ਆਧਾਰ ਕਰ ਸਕਦੇ, ਲੇਕਿਨ ਜੇ ਹੁਣ ਅਸੀਂ ਭਗਤੀ ਕਰਾਂਗੇ, ਆਪਾਂ ਨਾਮ ਦੇ ਨਾਲ ਜੁੜ ਜਾਂਗੇ, ਆਪਾਂ ਉਹ ਖਜ਼ਾਨੇ ਦੀ ਪ੍ਰਾਪਤੀ ਕਰ ਲਾਂਗੇ, ਤੇ ਆਪਾਂ ਉਹਨਾਂ ਨੂੰ ਵੀ ਜੂਨਾਂ 'ਚ ਗਿਆ ਹੋਇਆਂ ਨੂੰ ਉਹਨਾਂ ਦਾ ਵੀ ਆਧਾਰ ਕਰਾ ਸਕਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਜਾ ਕੇ ਸਿਮਰਨ ਕਹਿਲਵੇ ਕੁਦਰੇ ਪਿਤਰੀ ਹੋਏ ਆਧਾਰੋ। ਬਈ ਉਹ ਮਾਲਕ ਦਾ ਸਿਮਰਨ ਕਰਨ ਦੇ ਨਾਲ ਸਾਡੇ ਜਿਹੜੇ ਪਿੱਤਰ ਹੁੰਦੇ ਵੀ ਜਿਹੜੇ ਚਲੇ ਗਏ, ਜਿਹੜੇ ਮਰ ਗਏ ਕਹਿ ਲਓ, ਸਾਡੇ ਚਲੇ ਗਏ ਵੱਡੇ ਵਡੇਰੇ ਬਜ਼ੁਰਗ ਸੰਸਾਰ 'ਚ ਆਏ ਤੇ ਗਏ। ਹੁਣ ਜੇ ਅਸੀਂ ਮਾਲਕ ਦਾ ਸਿਮਰਨ ਕਰਾਂਗੇ, ਅਸੀਂ ਉਹਨਾਂ ਪਿੱਤਰਾਂ ਦਾ ਵੀ ਆਧਾਰ ਕਰ ਸਕਦੇ, ਉਹਨਾਂ ਨੂੰ ਵੀ ਅਸੀਂ ਤਾਰ ਸਕਦੇ ਹਾਂ, ਕਿਉਂਕਿ ਆਪਾਂ ਮਾਲਕ ਨੂੰ ਬੇਨਤੀ ਕਰ ਸਕਦੇ। ਜਦੋਂ ਆਪਾਂ ਪਰਮਾਤਮਾ ਨੂੰ ਮਿਲ ਪਏ, ਫਿਰ ਆਪਾਂ ਉਹਦੇ ਸਨਮੁਖ ਹੋ ਕੇ ਬੇਨਤੀ ਕਰਦੇ ਵੀ ਮਹਾਰਾਜ ਸਾਡੇ ਸੰਜੋਗੀ ਨੇ, ਪੁਰਾਣੇ ਸਾਡੇ ਨਾਲ ਰਹੇ ਨੇ, ਵੀ ਤੁਸੀਂ ਉਹਨਾਂ 'ਤੇ ਵੀ ਕਿਰਪਾ ਕਰ ਦਿਓ, ਵੀ ਤੇਰੇ ਘਰ ਕਿਹੜਾ ਕਿਸੇ ਚੀਜ਼ ਦੀ ਕਮੀ ਹੈ, ਕੋਈ ਘਾਟ ਹੈ। ਜਿਹਨੂੰ ਮਹਾਰਾਜ ਕਹਿੰਦੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਵੀ ਤੇਰੇ ਘਰ ਕਿਹੜੀ ਕਮੀ ਕਿਸੇ ਚੀਜ਼ ਦੀ, ਵੀ ਜੇ ਤੂੰ ਕਿਰਪਾ ਕਰੇ ਵੀ ਸਾਡੇ ਸੰਜੋਗੀ ਨੇ, ਤੇ ਮਹਾਰਾਜ ਫਿਰ ਉਹਨਾਂ ਦਾ ਵੀ ਆਧਾਰ ਕਰ ਦਿੰਦਾ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਫਿਰ ਉਹ ਆਪ ਵੀ ਤਰਦੇ, ਆਪਦੀ ਕੁਲ ਦਾ ਵੀ ਆਧਾਰ ਕਰਾ ਲੈਂਦੇ, ਤੇ ਉਹਨਾਂ ਦੇ ਫਿਰ ਜਿਹੜੇ ਸੱਜਣ ਮਿੱਤਰ ਕੁਟੰਬ, ਉਹਨਾਂ ਦਾ ਪਰਿਵਾਰ ਨਾਲ ਉਹਨੂੰ ਵੀ ਤਾਰ ਲੈਂਦੇ। ਕਿਉਂਕਿ ਜੇ ਸਾਡੇ ਬਹੁਤ ਵੱਡੇ ਭਾਗ ਹੋਣ, ਫਿਰ ਸਾਨੂੰ ਐਸੇ ਗੁਰਮੁਖਾਂ ਦਾ ਸੰਗ ਹੁੰਦਾ, ਫਿਰ ਹੀ ਸਾਡਾ ਇਹ ਸੰਜੋਗ ਜੁੜਦਾ ਹੈ। ਮਹਾਰਾਜ ਕਹਿੰਦੇ ਸਾਧ ਮਿਲੇ ਪੂਰਬ ਸੰਜੋਗ। ਬਈ ਜੇ ਸਾਡਾ ਪੂਰਬਲਾ ਕੋਈ ਸੰਜੋਗ ਹੁੰਦਾ ਪਿਛਲਾ, ਤੇ ਫਿਰ ਸਾਨੂੰ ਐਸੇ ਗੁਰਮੁਖਾਂ ਦਾ ਸੰਜੋਗ ਮਿਲਦਾ, ਉਹਨਾਂ ਦੇ ਨਾਲ ਸਾਡੇ ਰਿਸ਼ਤੇ ਨਾਤੇ ਜਿਹੜੇ ਜੁੜਦੇ ਨੇ। ਤੇ ਜਿਹੜੇ ਉਹਨਾਂ ਦੇ ਨਾਲ ਫਿਰ ਜੀਵ ਜੁੜ ਗਏ, ਉਹਨਾਂ ਦਾ ਪਰਿਵਾਰ ਕੁਟੰਬ, ਉਹਨਾਂ ਦੇ ਹੋਰ ਸੱਜਣ ਮਿੱਤਰ ਉਹ ਵੀ ਨਾਲ ਤਰ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਗੁਰਮੁਖ ਆਪ ਤਾਂ ਤਰਦੇ ਹੀ ਤਰਦੇ,
ਨਾਲ ਹੋਰ ਪਤਾ ਨਹੀਂ ਕਿੰਨਿਆਂ ਕੁ ਨੂੰ ਨਾਲ ਤਾਰ ਕੇ ਲੈ ਜਾਂਦੇ, ਕਿੰਨਿਆਂ ਕੁ ਦਾ ਨਾਲ ਉਹਨਾਂ ਦੇ ਆਧਾਰ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਇਤੀ ਛੁੱਟੀ ਨਾਲ। ਬਈ ਉਹਨਾਂ ਦੇ ਤਾਂ ਮੁਖ ਉਜਲ ਹੈਗੇ ਹੀ ਹੈਗੇ, ਨਾਲ ਉਹਨਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਕਿਤੇ ਕਿੰਨੇ ਛੁੱਟ ਜਾਂਦੇ। ਫਿਰ ਮਹਾਰਾਜ ਦੱਸਦੇ ਸਾਧੂ ਕੈ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ। ਸਾਧ ਸੰਗਤ ਕਰਕੇ ਅਸੀਂ ਉਹ ਧਨ ਦੀ ਪ੍ਰਾਪਤੀ ਕਰ ਲੈਂਦੇ ਨਾਮ ਦੀ, ਜਿਸ ਨਾਮ ਦੀ ਬਰਕਤ ਦੇ ਨਾਲ ਅਸੀਂ ਹੋਰਾਂ ਜੀਵਾਂ ਨੂੰ ਵੀ ਅੱਗੇ ਤਾਰ ਸਕਦੇ ਹਾਂ, ਅੱਗੇ ਉਹਨਾਂ ਦਾ ਵੀ ਆਧਾਰ ਕਰ ਸਕਦੇ ਹਾਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਗੁਰਮੁਖ ਕੋਟ ਆਧਾਰ ਦਾ ਭਾਈ ਦੇ ਨਾਮੇ ਇੱਕ ਕਣੀ। ਬਈ ਉਹ ਨਾਮ ਨੂੰ ਇੱਕ ਕਿਣਕਾ ਮਾਤਰ ਹੀ ਦੇ ਕੇ ਉਹ ਨਾਮ ਦੇ ਵਿੱਚ ਇੰਨੀ ਵਡਿਆਈ, ਇੰਨੀ ਸ਼ਕਤੀ ਹੈ, ਇਹ ਕਰੋੜਾਂ ਜੀਵਾਂ ਦਾ ਆਧਾਰ ਹੋ ਸਕਦਾ। ਇਸ ਵਾਸਤੇ ਫਿਰ ਜਿਵੇਂ ਆਪਾਂ ਸੁਣਦੇ ਹਾਂ ਪੁਰਾਤਨ ਸਮਿਆਂ ਦੇ ਵਿੱਚ ਵੀ, ਜਿਵੇਂ ਇੱਕ ਰਾਜਾ ਹੋਇਆ ਰਾਜਾ ਜਨਕ, ਗੁਰਬਾਣੀ ਗੁਰੂ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ। ਜਦੋਂ ਰਾਜਾ ਜਨਕ, ਉਹਨਾਂ ਦਾ ਮਾਲਕ ਨਾਲ ਮਿਲਾਪ ਸੀ ਪਰਮਾਤਮਾ ਦੇ ਨਾਲ, ਜਦੋਂ ਉਹ ਦੇਹ ਛੱਡ ਕੇ ਗਏ, ਇੱਧਰੋਂ ਸਮਾਂ ਖਤਮ ਹੋਇਆ, ਗੁਰਮੁਖ ਜਾ ਰਹੇ ਨਾਦ ਦੇ ਵਿੱਚ ਸਮਾ ਕੇ ਤੇ ਭਵ ਸਾਗਰ ਥੱਲੇ ਰਹਿ ਜਾਂਦਾ। ਜਦੋਂ ਉਹਨਾਂ ਨੇ ਥੱਲੇ ਨੂੰ ਦੇਖਿਆ ਤੇ ਹਾਹਾਕਾਰ ਮੱਚੀ ਹੋਈ, ਕਲੱਟਾਂ ਪੈ ਰਹੀਆਂ, ਚੀਕਾਂ ਪੈ ਰਹੀਆਂ, ਮਨ ਮੁੱਖਾਂ ਨੂੰ ਸਾੜਿਆ ਜਾ ਰਿਹਾ, ਪਾਣੀ 'ਚ ਉਬਾਲਿਆ ਜਾ ਰਿਹਾ, ਜਮ ਨੇ ਜਿਹੜੇ ਕੁੱਟਦੇ ਮਾਰਦੇ ਤਸ਼ੱਦਦ ਕਰ ਰਹੇ। ਤੇ ਉਹ ਜਦੋਂ ਰਾਜਾ ਜਨਕ ਜਾ ਰਹੇ, ਉਹਨਾਂ ਦੀ ਜਦੋਂ ਦ੍ਰਿਸ਼ਟੀ ਪਈ ਉੱਥੇ ਰੁਕ ਗਈ। ਜਦੋਂ ਰੁਕੇ ਤੇ ਧਰਮ ਰਾਏ ਨੂੰ ਭਾਜੜਾਂ ਪੈ ਗਈਆਂ ਵੀ ਗੁਰਮੁਖ ਜਾ ਰਹੇ, ਉਹ ਕਾਹਤੋਂ ਰੁਕ ਗਏ। ਫਟਾਫਟ ਉਹ ਸੇਵਾ ਦੇ ਵਿੱਚ ਹਾਜ਼ਰ ਹੋਇਆ ਵੀ ਤੁਸੀਂ ਕਾਹਤੋਂ ਰੁਕੇ, ਤੁਹਾਡਾ ਤਾਂ ਮਾਰਗ ਸਿੱਧਾ, ਤੁਸੀਂ ਜਾਓ ਘਰ ਨੂੰ ਆਪਦੇ। ਉਹ ਜਦੋਂ ਧਰਮ ਰਾਏ ਸਾਹਮਣੇ ਹੋਇਆ ਹੱਥ ਜੋੜ ਕੇ ਖੜਾ, ਤੇ ਉਹ ਰਾਜਾ ਜਨਕ ਉਹਨਾਂ ਤੋਂ ਪੁੱਛਣ ਲੱਗੇ ਵੀ ਇਹਨਾਂ ਨੂੰ ਸਜ਼ਾਵਾਂ ਕਾਹਤੋਂ ਦਿੱਤੀਆਂ ਜਾ ਰਹੀਆਂ, ਵੀ ਇਹ ਕਿਉਂ ਇੰਨਾ ਰੌਲਾ ਪੈ ਰਿਹਾ। ਉਹ ਧਰਮ ਰਾਏ ਦੱਸਣ ਲੱਗਿਆ ਵੀ ਇਹਨਾਂ ਨੇ ਭਗਤੀ ਨਹੀਂ ਕੀਤੀ, ਇਹ ਨਾਮ ਤੋਂ ਟੁੱਟੇ ਹੋਏ, ਵੀ ਇਸ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਤੇ ਉਹ ਕਹਿੰਦੇ ਵੀ ਜੇ ਇਹਨਾਂ ਨੂੰ ਛਡਾਉਣਾ ਹੋਵੇ ਤੇ ਛੁੱਟ ਸਕਦੇ। ਉਹ ਕਹਿੰਦੇ ਵੀ ਛੁੱਟ ਸਕਦੇ ਜੇ ਗੁਰਮੁਖ ਕੋਈ ਇਹਨਾਂ ਨੂੰ ਵੀ ਆਪਣੀ ਕਮਾਈ ਦੇ ਵਿੱਚੋਂ ਇਹਨਾਂ ਨੂੰ ਦੇ ਦੇਵੇ ਕਮਾਈ, ਤੇ ਇਹਨਾਂ ਦਾ ਛੁਟਕਾਰਾ ਹੋ ਸਕਦਾ। ਤੇ ਉਹ ਕਹਿੰਦੇ ਵੀ ਕਿੰਨੀ ਕੁ ਚਾਹੀਦੀ ਹੈ। ਤੇ ਉਹ ਕਹਿੰਦੇ ਵੀ ਇਹ ਤਾਂ ਹੁਣ ਮਾਲਕ ਦੀ ਇੱਛਾ, ਵੀ ਨਾਮ ਦੇ ਜਿੰਨਾ ਮਰਜ਼ੀ ਵੀ ਕਿਣਕੇ ਮਾਤਰ ਚੀਜ਼ ਛੁੱਟ ਸਕਦੀ। ਫਿਰ ਗੁਰਮੁਖ ਨੇ ਜਿਹੜੇ ਉਹ ਆਪਦੀ ਕਮਾਈ 'ਚੋਂ ਤਾਂ ਥੋੜ੍ਹਾ ਪਰਹੇਜ਼ ਹੀ ਕਰਦੇ ਦੇਣ ਦੇ ਵਿੱਚ, ਉਹ ਫਿਰ ਉੱਥੇ ਹੀ ਬੈਠ ਗਏ। ਉਹ ਕਹਿੰਦੇ ਇੱਥੇ ਹੀ ਬੈਠ ਕੇ ਕਰ ਲੈਂਦੇ ਅਸੀਂ ਇਹਨਾਂ ਵਾਸਤੇ। ਇੱਕ ਘੜੀ ਦੇ ਵਿੱਚ ਹੀ ਉਹਨਾਂ ਨੇ ਉਹ ਸਾਰੇ ਜਿਹੜੇ ਨਰਕ ਸੀ, ਉਹ ਨਰਕ ਦੇ ਕੁੰਡ ਹੀ ਖਾਲੀ ਕਰਾ ਦਿੱਤੇ, ਉਹ ਸਾਰੇ ਹੀ ਉਹਨਾਂ ਨੇ ਛਡਾ ਦਿੱਤੇ। ਉਸ ਨੂੰ ਫਿਰ ਕਹਿੰਦੇ ਧੰਨ ਧੰਨ ਰਾਜਾ ਜਨਕ ਹੈ, ਜਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਵੀ ਅਨੇਕਾਂ ਹੀ ਪਾਪੀ ਜਿਹੜੇ ਉੱਥੇ ਬੈਠ ਕੇ ਗੁਰਮੁਖਾਂ ਨੇ ਛਡਾ ਦਿੱਤੀ। ਜਾਣੀ ਦੀ ਇੰਨੀ ਮਹਿਮਾ, ਇੰਨੀ ਵਡਿਆਈ ਮਹਾਰਾਜ ਦੱਸਦੇ ਨਾਮ ਦੀ। ਤੇ ਜਿਹੜੇ ਫਿਰ ਗੁਰਮੁਖ ਨਾਮ ਦੇ ਨਾਲ ਜੁੜੇ, ਤਾਂ ਕਰਕੇ ਫਿਰ ਉਹਨਾਂ ਦੀ ਇਹ ਵਡਿਆਈ ਵੀ ਉਹ ਅੱਗੇ ਕਰੋੜਾਂ ਨੂੰ ਤਾਰ ਸਕਦੇ, ਜਿਹੜੇ ਉਹਨਾਂ ਦਾ ਪਰਿਵਾਰ ਤੱਕ ਹੀ ਉਹ ਹੋਰ ਪਤਾ ਨਹੀਂ ਕਿੰਨਿਆਂ ਕੁ ਨੂੰ ਤਾਰ ਲੈਂਦੇ ਨਾਲ। ਫਿਰ ਮਹਾਰਾਜ ਦੱਸਦੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਵੀ ਜਦੋਂ ਫਿਰ ਅਸੀਂ ਇਹ ਸਾਧੂ ਦਾ ਸੰਗ ਕਰਦੇ, ਨਾਮ ਦੇ ਨਾਲ ਜੁੜਦੇ, ਫਿਰ ਇਹ ਧਰਮ ਰਾਏ ਸੇਵਾ ਕਰਦਾ। ਜਿਵੇਂ ਰਾਜਾ ਜਨਕ ਜਦੋਂ ਗਏ, ਉਹ ਧਰਮ ਰਾਏ ਹੱਥ ਜੋੜ ਕੇ ਖੜਾ ਹੋ ਗਿਆ। ਇਸੇ ਤਰ੍ਹਾਂ ਹੀ ਫਿਰ ਗੁਰਮੁਖਾਂ ਦੀ ਸੇਵਾ ਦੇ ਵਿੱਚ ਉਹ ਹਾਜ਼ਰ ਰਹਿੰਦਾ, ਤੇ ਉਹਨਾਂ ਦੀ ਸੇਵਾ ਸੋਭਾ ਜਿਹੜੀ ਵਡਿਆਈ ਉਹ ਦੇਵ ਲੋਕ ਵਿੱਚ ਦੇਵੀ ਦੇਵਤੇ ਵੀ ਕਰਦੇ। ਫਿਰ ਮਹਾਰਾਜ ਕਹਿੰਦੇ ਸਾਧ ਕੇ ਸੰਗ ਪਾਪ ਪਲੈਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਬਈ ਸਾਧੂ ਦਾ ਸੰਗ ਕਰਕੇ ਜਿਹੜੇ ਸਾਡੇ ਮਨ ਤੇ ਪਾਪਾਂ ਦੀ ਮੈਲ ਲੱਗੀ ਹੁੰਦੀ, ਉਹ ਸਾਰੀ ਸਾਡੀ ਮੈਲ ਮਨ ਦੇ ਉੱਤੋਂ ਲੈ ਜਾਂਦੀ ਹੈ। ਤੇ ਆਪਾਂ ਵੀ ਫਿਰ ਜੋ
ਮਾਲਕ ਦੇ ਗੁਣ ਨੇ, ਅੰਮ੍ਰਿਤਮਈ ਗੁਣ। ਉਹ ਫਿਰ ਆਪਾਂ ਗੁਣ ਗਾਉਂਦੇ ਹਾਂ, ਉਹ ਮਾਲਕ ਦੀ ਵਡਿਆਈ, ਮਾਲਕ ਦੀ ਸ਼ੋਭਾ ਕਰਦੇ ਹਾਂ। ਫੇਰ ਮਹਾਰਾਜ ਕਹਿੰਦੇ ਸਾਧਕੇ ਸੰਗ ਸਰਬ ਥਾਨ ਕੰਮ, ਨਾਨਕ ਸਾਧਕੇ ਸੰਗ ਸਫਲ ਜਨਮ। ਬਈ ਸਾਧ ਸੰਗਤ ਕਰਕੇ ਫਿਰ ਸਾਡਾ ਜਿਹੜਾ ਮਨ ਹੈ ਉਹ ਚੌਥੇ ਪਦ ਵਿੱਚ ਪਹੁੰਚ ਜਾਂਦਾ, ਇਹ ਤਰੈ ਗੁਣਾਂ ਤੋਂ ਅਤੀਤ ਹੋ ਜਾਂਦਾ, ਨਾਮ ਦੇ ਨਾਲ ਜੁੜ ਜਾਂਦਾ, ਉਹਦੇ ਘਰ ਵਿੱਚ ਵਸਣਾ ਸ਼ੁਰੂ ਕਰ ਦਿੰਦਾ, ਤੇ ਸਾਡਾ ਜਿਹੜਾ ਜਨਮ ਉਹ ਸਫਲ ਹੋ ਜਾਂਦਾ। ਸਤ ਸੰਗਤ ਕਰਕੇ ਜਿਸ ਮਕਸਦ ਵਾਸਤੇ ਅਸੀਂ ਇਸ ਸੰਸਾਰ 'ਚ ਆਏ ਸੀ, ਉਹ ਆਪਣਾ ਫਿਰ ਜਿਹੜਾ ਜੀਵਨ ਉਹ ਸਫਲ ਹੋ ਗਿਆ। ਆਓ ਹੁਣ ਕਿਵੇਂ ਆਪਣਾ ਜੀਵਨ ਜਿਹੜਾ ਇਹ ਸਫਲ ਹੋਣਾ, ਕਿਵੇਂ ਆਪਾਂ ਵੀ ਜੋ ਅੰਮ੍ਰਿਤਮਈ ਮਹਾਰਾਜ ਕਹਿੰਦੇ ਗੁਣ ਉਹ ਅਸੀਂ ਗਾਉਣੇ ਮਾਲਕ ਦੇ, ਆਪਾਂ ਸਿਮਰਨ ਕਰਨਾ। ਜਿਉਂ-ਜਿਉਂ ਅਭਿਆਸ ਕਰਾਂਗੇ ਤੇ ਉਹਦੇ ਆਪਣਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏਗਾ, ਤੇ ਉਹਦੇ ਅਸੀਂ ਸੁਖੀ ਹੋਵਾਂਗੇ ਤੇ ਆਪਦੇ ਘਰ ਜਾਵਾਂਗੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ
ਸਾਧ ਸੰਗਤ ਕਰਦੇ ਹਾਂ, ਫਿਰ ਆਪਾਂ ਆਪਦੇ ਜੀਵਨ ਦਾ ਲਾਹਾ ਕੱਟਦੇ ਹਾਂ ਤੇ ਆਪਾਂ ਤਰ ਜਾਂਦੇ ਹਾਂ। ਇਸ ਲਈ ਇਹ ਸਾਧ ਸੰਗਤ ਦੀ ਵਡਿਆਈ ਹੈ। ਮਹਾਰਾਜ ਫਰਮਾਉਂਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਵੀ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ, ਸੰਤ ਸਾਧੂ ਜਨਾਂ ਦਾ ਸੰਗ ਹੋ ਜਾਂਦਾ, ਉਹ ਤਰ ਜਾਂਦੇ। ਕਿਉਂਕਿ ਸਾਨੂੰ ਇਹ ਸਾਰਾ ਭੇਤ ਆ ਜਾਂਦਾ, ਸੋਝੀ ਆ ਜਾਂਦੀ, ਸਾਨੂੰ ਗਿਆਨ ਹੋ ਜਾਂਦਾ ਵੀ ਅਸੀਂ ਕਿਵੇਂ ਤਰਨਾ, ਸਾਡਾ ਘਰ ਕਿੱਥੇ ਆ, ਆਪਾਂ ਜਿਉਂਦੇ ਜੀ ਤਰ ਜਾਂਦੇ। ਇਸ ਵਾਸਤੇ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਸਾਨੂੰ ਇਹ ਸਤ ਸੰਗਤ ਮਿਲਦੀ ਹੈ। ਮਹਾਰਾਜ ਕਹਿੰਦੇ, ਵੱਡ ਭਾਗੀ ਸਤ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਸਤ ਸੰਗਤ ਤੋਂ ਬਿਨਾਂ ਸਾਡਾ ਮਨ ਸ਼ੁੱਧ ਨਹੀਂ ਹੁੰਦਾ, ਮੈਲ ਦੇ ਨਾਲ ਭਰਿਆ ਰਹਿੰਦਾ। ਤੇ ਜਦੋਂ ਸਾਨੂੰ ਸਤ ਸੰਗਤ ਮਿਲ ਜਾਂਦੀ, ਸਾਡਾ ਮਨ ਸ਼ੁੱਧ ਹੋ ਜਾਂਦਾ, ਸਾਡਾ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਇਸ ਲਈ ਫਿਰ ਇਹ ਸਤ ਸੰਗਤ ਦੀ ਵਡਿਆਈ ਕਰਦੇ, ਸਾਧੂ ਦੇ ਸੰਗ ਦੀ ਵਡਿਆਈ ਕਰਦੇ ਵੀ ਜਦੋਂ ਅਸੀਂ ਕਰਾਂਗੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਰਹਿਣਾ, ਕੋਈ ਸਾਡੇ ਵਾਸਤੇ ਮੰਦਾ ਨਹੀਂ ਰਹਿਣਾ, ਤੇ ਅਸੀਂ ਆਪਦੇ ਘਰ ਉੱਚੇ ਥਾਂ ਤੇ ਵਸਣਾ ਸ਼ੁਰੂ ਕਰ ਦੇਣਾ। ਅਸੀਂ ਆਪ ਵੀ ਤਰ ਜਾਣਾ, ਆਪਦੀ ਕੁਲ ਦਾ ਵੀ ਉਧਾਰ ਕਰ ਲੈਣਾ, ਤੇ ਨਾਲ ਹੋਰ ਆਪਣੇ ਸੰਗੀ ਸਾਥੀ ਸੱਜਣ ਮਿੱਤਰ ਉਹਨਾਂ ਨੂੰ ਵੀ ਤਾਰ ਲੈਣਾ। ਇਸ ਵਾਸਤੇ ਇਹ ਰੱਬ ਨੂੰ ਕਹਿੰਦੇ ਵੀ ਇਹ ਸਾਰੀ ਵਡਿਆਈ ਮਾਲਕ ਦੀ ਹੈ, ਸੱਚ ਨਾਮ ਦੀ। ਜਦੋਂ ਆਪਾਂ ਸੱਚ ਤੇ ਨਾਮ ਦੇ ਨਾਲ ਜੁੜਾਂਗੇ, ਫਿਰ ਸਤਿਗੁਰੂ ਕਿਰਪਾ ਕਰਦੇ, ਫਿਰ ਇਹ ਵਡਿਆਈਆਂ ਦਿੰਦੇ, ਫਿਰ ਇਹ ਸੋਭਾ ਦਿੰਦੇ ਵੀ ਸੰਤਾਂ ਨੂੰ, ਸਾਧੂਆਂ ਨੂੰ, ਬਈ ਉਹ ਆਪ ਵੀ ਤਰਦੇ ਤੇ ਨਾਲ ਹੋਰਾਂ ਨੂੰ ਵੀ ਤਾਰ ਲੈਂਦੇ। ਸੋ ਇਸ ਵਾਸਤੇ ਹੁਣ ਆਪਾਂ ਵੀ ਕੋਸ਼ਿਸ਼ ਕਰਨ ਵੀ ਆਪਾਂ ਆਪ ਵੀ ਤਰੀਏ, ਪਹਿਲਾਂ ਤਾਂ ਆਪ ਹੀ ਤਰੀਏ, ਫਿਰ ਹੀ ਅੱਗੇ ਤਰ ਸਕਦੇ ਆਪਾਂ। ਜੇ ਆਪਾਂ ਆਪ ਹੀ ਨਹੀਂ ਤਰਾਂਗੇ ਤੇ ਫਿਰ ਕਿਵੇਂ ਤਾਰਾਂਗੇ। ਇਸ ਵਾਸਤੇ ਹੁਣ ਪਹਿਲਾਂ ਆਪਾਂ ਆਪ ਅਭਿਆਸ ਕਰਨਾ, ਆਪ ਆਪਾਂ ਮਾਲਕ ਨੂੰ ਮਿਲਣਾ, ਤੇ ਜਦੋਂ ਮਿਲ ਪਏ ਫਿਰ ਆਪਾਂ ਮਾਲਕ ਨੂੰ ਬੇਨਤੀ ਕਰ ਸਕਦੇ। ਫਿਰ ਜਦੋਂ ਆਪਾਂ ਬੇਨਤੀ ਕਰਾਂਗੇ ਮਾਲਕ ਨੂੰ, ਉਹਦੇ ਸਨਮੁਖ ਹੋ ਕੇ, ਉਹ ਸਾਡੀ ਕੀਤੀ ਹੋਈ ਬੇਨਤੀ, ਉਹ ਅਰਦਾਸ, ਉਹ ਕਦੇ ਵਿਅਰਥ ਨਹੀਂ ਜਾਂਦੀ। ਇਸ ਨੂੰ ਮਹਾਰਾਜ ਕਹਿੰਦੇ, ਵਿਅਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ। ਵੀ ਉਦੋਂ ਸਾਡਾ ਮਨ ਜਨ ਬਣ ਜਾਂਦਾ, ਹਰੀ ਦਾ ਜਨ, ਹਰੀ ਮਾਲਕ ਪਰਮਾਤਮਾ, ਤੇ ਆਪਾਂ ਜਨ ਬਣ ਗਏ। ਤੇ ਕਹਿੰਦਾ ਹਰ ਜਨ, ਹਰ ਜਨ ਦੀ ਕੀਤੀ ਹੋਈ ਅਰਦਾਸ ਮਾਲਕ ਨੂੰ, ਉਹ ਕਦੇ ਖਾਲੀ, ਉਹ ਵਿਅਰਥ ਜਾ ਹੀ ਨਹੀਂ ਸਕਦੀ। ਇਸ ਵਾਸਤੇ ਹੁਣ ਆਪਾਂ ਫਿਰ ਇਹ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਜੀਵਨ ਦਾ ਅਸਲ ਮਕਸਦ ਹੈ ਪਰਮਾਤਮਾ ਨੂੰ ਮਿਲਣਾ, ਸਾਡਾ ਜਿਹੜਾ ਜਨਮ ਕਿਵੇਂ ਉਹ ਸਫਲ ਹੋਣਾ, ਉਹ ਫਿਰ ਆਪਾਂ ਇਹ ਸਤ ਸੰਗਤ ਕਰਕੇ, ਸਿਮਰਨ ਕਰਕੇ, ਨਾਮ ਦੇ ਨਾਲ ਜੁੜ ਕੇ ਆਪਣਾ ਜੀਵਨ ਹੈ ਜਿਹੜਾ ਇਹ ਸਫਲ ਕਰ ਸਕਦੇ ਹਾਂ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਹਾਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।